ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਾਂ ਬਿਲਾਸ ਕਰਤ ਮਨ ਭਾਏ ਸੰਗਤ ਰਹੇ ਕਿਤਕ ਟਿਕ ਆਏ। ਕਿਸ ਬਿਦ ਕੋ ਅਨੰਦਪੁਰ ਹੀਰਾ ਕਿਤਕ ਦੂਰ ਦਰਿਆਓ ਬਡੇਰਾ। ਕਹਾਂ ਬਿਲਾਸ ਕਰਤ ਮਨ ਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਅਸਥਾਨਾਂ ਤੇ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਪਾਵਨ ਸਥਾਨਾਂ ਦੀ ਯਾਤਰਾ ਸੇਵਾਵਾਂ ਦਰਸ਼ਨ ਦੀਦਾਰ ਬਖਸ਼ੇ ਨੇ। ਸਤਿਗੁਰਾਂ ਦੇ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੇ ਪ੍ਰਸੰਗ ਜਿਨ੍ਹਾਂ ਦੇ ਵਿੱਚ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਕਥਾ ਵਿੱਚ ਬਾਲ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਾਂ ਪ੍ਰਸੰਗ ਸੁਣ ਰਹੇ ਹਾਂ। ਕੱਲ ਸਾਖੀ ਸਰਵਣ ਕੀਤੀ ਸੀ ਵੀ ਜੋ ਢਾਕੇ ਤੋਂ ਬਲਾਕੀ ਦਾਸ ਨੇ ਗੁਰਾਂ ਦੇ ਕਹਿਣ ਤੇ ਇੱਕ ਪਾਲਕੀ ਸਹਿ ਬਣਾ ਕੇ ਭੇਜੀ। 700 ਤੋਲੇ ਸੋਨਾ ਲਾਉਣ ਦੇ ਲਈ ਕਿਹਾ ਸੀ। ਮਾਤਾਵਾਂ ਨੇ ਬਹੁਤ ਵਡਿਆਈ ਕੀਤੀ ਵੀ ਉਹ ਮਸੰਦ ਬਹੁਤ ਹੀ ਭਲਾ ਹੈ। ਸਿੱਖ ਕਿੰਨੇ ਚੰਗੇ ਨੇ ਪੂਰਬ ਦੇ ਇਲਾਕੇ ਦੇ। ਮਹਾਰਾਜ ਨੇ ਪਾਲਕੀ ਬਾਹਰ ਕਢਾਈ, ਹਾਲਾਂ ਉੱਚ ਸਵਾਰੀ ਵੀ ਨਹੀਂ ਕੀਤੀ। ਲੱਕੜਾਂ ਮਗਾਈਆਂ ਢੇਰ ਲਾ ਕੇ ਉਹ ਲੱਕੜਾਂ ਤੇ ਰੱਖ ਕੇ ਹੇਠਾਂ ਅੱਗ ਲਾ ਦਿੱਤੀ। ਸੜ ਕੇ ਸਵਾਹ ਹੋ ਗਈ। ਕੁਝ ਸਿੱਖਾਂ ਨੇ ਮਾਤਾ ਨਾਨਕੀ ਜੀ ਨੂੰ ਜਾ ਕੇ ਕਿਹਾ ਵੀ ਮਾਤਾ ਜੀ ਹਾਲਾਂ ਪਾਲਕੀ ਵਰਦੋਂ ਨਹੀਂ ਕੀਤੀ, ਉੱਚ ਅਸਵਾਰ ਹੋ ਕੇ ਨਾ ਮਹਾਰਾਜ ਆਪ ਨਾ ਤੁਸੀਂ ਕਿਧਰੇ ਜਾ ਕੇ ਆਏ ਹੋ ਤੇ ਸਾਹਿਬਜ਼ਾਦੇ ਨੇ ਤੁਹਾਡੇ ਨੇ ਇਸ ਤਰ੍ਹਾਂ ਦਾ ਮਾਤਾ ਜੀ ਕੌਤਕ ਕੀਤਾ। ਤਾਂ ਮਾਤਾ ਨਾਨਕੀ ਜੀ ਕਹਿੰਦੇ ਵੀ ਕੀ ਕਹਿ ਸਕਦੇ ਆ। ਉਹਨਾਂ ਤੋਂ ਡਰ ਲੱਗਦਾ ਹੈ ਕਿਉਂਕਿ ਜੋ ਮੁਖੋਂ ਬਚਨ ਕਹਿ ਦੇਣਗੇ ਉਹ ਪੂਰਾ ਹੋ ਕੇ ਰਹੇਗਾ। ਜਿਵੇਂ ਉਹਨਾਂ ਨੂੰ ਭਾਉਂਦਾ ਅਸੀਂ ਤਾਂ ਉਹਨਾਂ ਦੇ ਅਨੁਸਾਰ ਹੀ ਹੋ ਕੇ ਚੱਲਾਂਗੇ। ਜਦੋਂ ਅੱਗ ਠੰਡੀ ਹੋ ਗਈ ਸੋਨਾ ਸਿੱਖਾਂ ਨੂੰ ਕਹਿ ਕੇ ਵਿੱਚੋਂ ਕਢਾਇਆ। ਕਹਿੰਦੇ ਚੰਗੀ ਤਰ੍ਹਾਂ ਇਹਨੂੰ ਹੁਣ ਪਾਣੀ ਨਾਲ ਧੋ ਦਿਓ। ਜਦੋਂ ਧੋਤਾ ਵੇਖਦੇ ਹਨ ਵੀ 10ਵਾਂ ਹਿੱਸਾ ਸੋਨਾ ਹੈ, ਬਾਕੀ ਸਾਰਾ ਪਿੱਤਲ ਹੈ।
ਮਾਤਾ ਨਾਨਕੀ ਜੀ ਦੇ ਅੱਗੇ ਲਿਆ ਕੇ ਰੱਖਤਾ। ਮਾਤਾ ਜੀ, ਦਾਦੀ ਜੀ, ਆ ਵੇਖੋ ਤੁਹਾਡੇ ਸਿੱਖ ਦੀ ਕਰਤੂਤ। ਤੁਸੀਂ ਕੱਲ ਬਹੁਤ ਵਡਿਆਈਆਂ ਕੀਤੀਆਂ ਵੀ ਬੜਾ ਹੀ ਚੰਗਾ ਹੈ ਬਲਾਕੀ ਦਾਸ। ਆ ਵੇਖੋ 10 ਹਿੱਸੇ ਸੋਨਾ ਗੁਰੂ ਘਰ ਦੀ ਮਾਇਆ ਨਾਲ ਖਰੀਦ ਕੇ 9 ਹਿੱਸੇ ਘਰੇ ਰੱਖ ਗਿਆ ਤੇ 10ਵਾਂ ਪਾਲਕੀ ਤੇ ਲਾਤਾ ਜੇ। ਮਾਤਾ ਜੀ ਚੁੱਪ ਹੋ ਗਏ, ਕੋਈ ਬਚਨ ਨਾ ਆਇਆ। ਫਿਰ ਮਾਤਾ ਗੁਜਰੀ ਜੀ ਨੇ ਕੁਝ ਬਚਨ ਕਹੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਚਿੱਠੀ ਆਵੇਗੀ ਆਪਾਂ ਉਦੋਂ ਪੰਜਾਬ ਚਲੇ ਜਾਵਾਂਗੇ। ਪਰ ਮਹਾਰਾਜ ਨੇਤੀ ਪੰਜਾਬ ਜਾਣ ਦੀ ਤਿਆਰੀ ਕਰ ਰਹੇ ਹਨ। ਕਹਿ ਦਿੱਤਾ ਵੀ ਅਸੀਂ ਤਾਂ ਜ਼ਰੂਰ ਜਾਵਾਂਗੇ। ਪਟਨੇ ਦੀਆਂ ਸੰਗਤਾਂ ਨੂੰ ਪਤਾ ਲੱਗਾ, ਉਹ ਵੀ ਦਰਸ਼ਨ ਦੀਦਾਰ ਕਰਨ ਵਾਸਤੇ ਆਉਣ ਲੱਗ ਪਈਆਂ। ਇੱਧਰ ਸਤਿਗੁਰੂ ਤਿਆਰੀ ਹੀ ਕਰ ਰਹੇ ਸਨ ਸਾਰੀ ਜਾਣ ਦੀ ਪੰਜਾਬ ਨੂੰ, ਵੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੇਜੀ ਚਿੱਠੀ ਵੀ ਆ ਪਹੁੰਚੀ। ਪੜ੍ਹ ਕੇ ਸੁਣਾਈ। ਮਾਤਾ ਨਾਨਕੀ ਜੀ, ਮਾਤਾ ਗੁਜਰੀ, ਗੁਰੂ ਗੋਬਿੰਦ ਸਿੰਘ ਸਾਹਿਬ ਬਾਲ ਸਰੂਪ ਵਿੱਚ ਬਹੁਤ ਖੁਸ਼ ਹੋਏ। ਕਹਿੰਦੇ ਮਾਂ ਜੀ, ਆ ਤਾਂ ਬਹੁਤ ਚੰਗੀ ਗੱਲ ਹੋ ਗਈ ਹੈ ਵੀ ਆਪਾਂ ਗੁਰੂ ਸਾਹਿਬ ਦੀ ਹੁਣ ਮਰਜ਼ੀ ਦੇ ਅਨੁਸਾਰ ਹੀ ਪੰਜਾਬ ਨੂੰ ਚੱਲੇ ਆ। ਸਤਿਗੁਰਾਂ ਨੇ ਕਿਹਾ ਸੀ ਵੀ ਪਟਨੇ ਤੋਂ ਆਉਣ ਲੱਗਿਆਂ ਸਭ ਸਿੱਖ ਸੰਗਤਾਂ ਨੂੰ, ਹੇ ਗੁਰੂ ਗੋਬਿੰਦ ਰਾਏ ਜੀ, ਤੁਸੀਂ ਖੁਸ਼ ਕਰਕੇ ਆਉਣਾ। ਜੋ ਕੋਈ ਮੰਗੇ, ਰਸਤੇ ਵਿੱਚ ਵੀ ਸੰਗਤਾਂ ਬਹੁਤ ਨੇ, ਉਹਨਾਂ ਨੂੰ ਵੀ ਨਿਹਾਲ ਕਰਨਾ ਹੈ, ਕਿਸੇ ਨੂੰ ਨਿਰਾਸ਼ਾ ਨਹੀਂ ਜਾਣ ਦੇਣਾ। ਇਹ ਤਿਆਰੀ ਸੁਣ ਕੇ ਪਟਨੇ ਦਾ ਜਗਤ ਸੇਠ ਗੁਰਸਿੱਖ ਪ੍ਰੇਮੀ ਵੀ ਗੁਰਾਂ ਦੇ ਹਜ਼ੂਰ ਆਇਆ। ਇਹਨੇ ਕਿਹਾ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੇਰੇ ਕੋਲ ਬਹੁਤ ਮਾਇਆ ਹੈ, ਤੁਹਾਡੀ ਬਖਸ਼ੀ ਹੋਈ। ਸਭ ਸ਼ਹਿਰਾਂ ਵਿੱਚ ਮੇਰੀਆਂ ਕੋਠੀਆਂ ਹਨ ਤੇ ਜਦੋਂ ਤੁਸੀਂ ਹੁਣ ਜਾਓਗੇ, ਜਿਹੜੇ ਵੀ ਸ਼ਹਿਰ 'ਚ ਰੁਕੋਗੇ, ਉੱਥੇ ਮਹਾਰਾਜ ਹੁਕਮ ਕਰ ਦੇਣਾ, ਜਿਹੜੇ ਮੇਰੇ ਨੌਕਰ ਰੱਖੇ ਹੋਏ ਹਨ ਉਹ ਮਾਇਆ, ਰਸਤ ਬਸਤ, ਕੱਪੜਾ ਜੋ ਚਾਹੀਦਾ ਉਹ ਤੁਹਾਡੀ ਸੇਵਾ 'ਚ ਹਾਜ਼ਰ ਕਰਨਗੇ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਸੇਠ ਜੀ, ਅਸੀਂ ਤੁਹਾਡੀਆਂ ਉੱਥੇ ਵਸਤੂਆਂ ਵਰਤੀਏ ਜਾਂ ਨਾ ਵਰਤੀਏ, ਪਰ ਤੁਹਾਡੇ ਵੱਲੋਂ ਜੋ ਪ੍ਰੇਮ ਵਿਖਾਇਆ ਹੋ ਸਾਡੇ ਕੋਲ ਪਹੁੰਚ ਗਿਆ। ਲੋਕ ਪਰਲੋਕ ਸਿੱਖਾ ਨਿਹਾਲ ਤੇਰਾ, ਪਦਾਰਥ ਵੀ ਨਹੀਂ ਮੁੱਕਣਗੇ, ਮਾਇਆ ਚਰਨਾਂ 'ਚ ਰੁਲਦੀ ਫਿਰੂਗੀ ਤੇ ਜੀਵਨ ਮੁਕਤੀ ਦਾ ਆਨੰਦ ਵੀ ਸਦਾ ਮਾਣਦਾ ਰਹੇਗਾ। ਇਵੇਂ ਮਹਾਰਾਜ ਨੇ ਖੁਸ਼ੀਆਂ ਦੇ ਵਰ ਬਖਸ਼ੇ। ਭਾਵੇਂ ਕਿ ਸਤਿਗੁਰਾਂ ਨੇ ਕੋਈ ਇੱਛਾ ਨਹੀਂ ਜ਼ਾਹਰ ਕੀਤੀ, ਪਰ ਫਿਰ ਵੀ ਇਹਨੇ ਚਿੱਠੀ ਲਿਖ ਕੇ ਸਭ ਥਾਵਾਂ 'ਤੇ ਭੇਜਤੀ, ਜਿੱਥੇ ਜਿੱਥੇ ਵੀ ਸ਼ਹਿਰ ਆਉਣੇ ਸਨ ਰਸਤੇ ਵਿੱਚ ਵੀ। ਇੱਧਰ ਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਪਰਿਵਾਰ, ਮਹਾਰਾਜ ਦੇ ਸਾਹਿਬਜ਼ਾਦੇ ਲੰਘਣ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਨੀ ਹੈ। ਮਾਤਾਵਾਂ ਨੂੰ ਕਹਿ ਦਿੱਤਾ, ਮਾਤਾ ਜੀ, ਜੋ ਵੀ ਤੁਸੀਂ ਹੁਕਮ ਕਰੋਗੇ, ਜਿੱਥੇ ਰਾਹ ਵਿੱਚ ਰੁਕ ਕੇ, ਉਹ ਸਭ ਕੁਝ ਤੁਹਾਡਾ ਹੀ ਬਖਸ਼ਿਆ ਹੈ। ਉਹ ਦੁਕਾਨਾਂ ਤੋਂ ਉੱਥੇ ਮੇਰੇ ਨੌਕਰ ਲੈ ਕੇ ਪਹੁੰਚ ਜਾਣਗੇ। ਇਵੇਂ ਸਭ ਤਿਆਰੀ ਹੋ ਚੁੱਕੀ ਹੈ। ਸਤਿਗੁਰੂ ਸਾਹਿਬ ਜੀ ਬਹੁਤ ਖੁਸ਼ ਹਨ, ਮਾਤਾਵਾਂ ਵੀ ਖੁਸ਼ ਨੇ ਵੀ ਚਲੋ ਹੁਣ ਗੁਰਾਂ ਦੀ ਆਗਿਆ ਨਾਲ ਚੱਲੇ ਆ, ਵੀ ਜਿਵੇਂ ਸਤਿਗੁਰਾਂ ਨੂੰ ਭਾਵੇ ਉਵੇਂ ਠੀਕ ਹੈ। ਇੱਥੋਂ ਤੱਕ ਆਪਾਂ ਸਾਖੀ ਕੱਲ੍ਹ ਸੁਣੀ ਹੈ। ਇਸ ਤੋਂ ਅਗਲਾ ਪ੍ਰਸੰਗ, ਜਿਵੇਂ ਮਹਾਰਾਜ ਇੱਥੋਂ ਚੱਲ ਕੇ ਇੱਕ ਰਾਤ ਗਊ ਘਾਟ ਠਹਿਰ ਕੇ ਫਿਰ ਸਹਿਜੇ ਸਹਿਜੇ ਚੱਲਦੇ ਹਾਂ। ਕੁਝ ਦਿਨ ਕਾਂਛੀ ਰੁਕਣਗੇ ਤੇ ਪੰਜਾਬ ਦੇਸ਼ ਨੂੰ ਆ ਰਹੇ ਹਨ। ਇਹ ਕਥਾ ਆਪਾਂ ਮਹਾਰਾਜ ਸਾਹਿਬ ਦੇ ਪਵਿੱਤਰ ਜੀਵਨ ਵਿੱਚੋਂ ਸਰਵਣ ਕਰਾਂਗੇ। ਹਾਜ਼ਰੀ ਭਰੀਏ, ਇਕਾਗਰਤਾ ਬਖਸ਼ੋ, ਰਸਨਾ ਕਰੋ, ਪਵਿੱਤਰ ਆਖੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਾਂ ਬਿਲਾਸ ਕਰਤ ਮਨ ਭਾਏ। ਆਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸਿੱਖ ਪਹੁੰਚਿਆ ਹੈ, ਚਿੱਠੀ ਲੈ ਕੇ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਇੱਧਰ ਪੱਤਰਕਾ ਭੇਜੀ ਸੀ, ਆਨੰਦਪੁਰ ਰਹਿੰਦੇ ਆਂ ਦਿੱਲੀ ਜਾਣ ਤੋਂ ਪਹਿਲਾਂ, ਉਸ ਵੇਲੇ ਮਾਤਾ ਦੇ ਨਾਲ ਵੀ ਸਤਿਗੁਰਾਂ ਇਹ ਬਚਨ ਕਰ ਦਿੱਤਾ ਵੀ ਆਪਾਂ ਹੁਣ ਗੁਰੂ ਦੀ ਮਰਜ਼ੀ ਪਾ ਕੇ ਛੇਤੀ ਜਾਵਾਂਗੇ। ਫਿਰ ਉਹ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਸੀ, ਉਹਨੂੰ ਕਹਿੰਦੇ ਨੇ ਵੀ ਹੇ ਗੁਰਸਿੱਖਾ, ਇਉਂ ਦੱਸ ਵੀ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਕਿੱਥੇ ਸਨ ਪਿਤਾ ਸਤਿਗੁਰੂ ਜੀ ਜਦੋਂ ਤੂੰ ਆਇਆ, ਤੇ ਨਾਲ ਇਹ ਵੀ ਦੱਸ
ਵੀ ਇਸ ਵੇਲੇ ਕਹਾਂ ਬਿਲਾਸ ਕਰਤ ਮਨ ਭਾਏ, ਮਨ ਭਾਉਂਦੇ ਬਿਲਾਸ ਹੁਣ ਕਿੱਥੇ ਕਰ ਰਹੇ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ। ਸੰਗਤ ਰਹੇ ਕਿਤ ਘਟੇ ਆਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਬ ਤੋਂ ਆਏ ਸਿੱਖ ਨੂੰ ਕਹਿੰਦੇ ਆ ਵੀ ਕਿੰਨੀ ਕੁ ਸੰਗਤ ਆਨੰਦਪੁਰ ਮਹਾਰਾਜ ਸਾਹਿਬ ਦੇ ਕੋਲ ਆ ਕੇ ਰਹਿੰਦੀ ਹੈ। ਤਿਸ ਬਿਦ ਕੋ ਆਨੰਦਪੁਰ ਹੀਰਾ। ਆ ਤੂੰ ਆਨੰਦਪੁਰੋਂ ਆਇਆ ਤਾਂ ਇਹ ਦੱਸ ਵੀ ਕਿੱਦਾਂ ਦਾ ਆਨੰਦਪੁਰ ਵੇਖਿਆ ਹੈ, ਕਿਹੋ ਜਿਹਾ ਵੇਖਣ ਦੇ ਵਿੱਚ ਲੱਗਦਾ, ਕਿੰਨਾ ਕੁ ਸੋਹਣਾ ਨਗਰ ਮੇਰੇ ਪਿਤਾ ਜੀ ਨੇ ਵਸਾਇਆ ਏ। ਕਿਤਕ ਦੂਰ ਦਰਿਆਓ ਬਡੇਰਾ। ਫਿਰ ਨਾਲ ਪੁੱਛਦੇ ਆ ਵੀ ਉਹਦੇ ਲਾਗਿਓ ਸਾਨੂੰ ਮਤਾਵਾਂ ਦੱਸਦੀਆਂ ਸੀ ਵੀ ਦਰਿਆ ਵੀ ਵਹਿੰਦਾ ਹੈ ਆਨੰਦਪੁਰ ਦੇ, ਤਾਂ ਇਹ ਦੱਸ ਵੀ ਜਿੱਥੇ ਆਨੰਦਪੁਰ ਨਗਰ ਵਸਿਆ ਹੈ ਉਹ ਤੋਂ ਦਰਿਆ ਕਿੰਨੀ ਕੁ ਦੂਰੀ ਦੇ ਉੱਤੇ ਹੈ। ਕਿਤਕ ਨਿਕਟ ਦੂਸਰ ਦਿਸ਼ ਗਿਰ। ਦੂਸਰੇ ਪਾਸੇ ਜਿੱਥੇ ਕਹਿੰਦੇ ਸੀ ਵੀ ਬਹੁਤ ਉੱਚੀਆਂ ਪਹਾੜੀਆਂ ਨੇ, ਉਹ ਆਨੰਦਪੁਰ ਤੋਂ ਕਿੰਨੀ ਕੁ ਦੂਰ ਹਨ। ਕਿਸ ਪ੍ਰਕਾਰ ਕੀ ਹੇਰੀ ਧਰ ਹੈ। ਤੇ ਸਾਰੀ ਗੱਲ ਦੱਸ ਵੀ ਤੂੰ ਆਨੰਦਪੁਰ ਸਾਹਿਬ ਦੀ ਧਰਤੀ ਕਿਹੋ ਜੀ ਲੱਗੀ, ਜਿਹੜੀ ਵੇਖੀ ਆ ਤੈਨੂੰ ਗੁਰਸਿੱਖਾ ਕਿਹੋ ਜੀ ਲੱਗੀ ਆ, ਸਾਰਾ ਮੈਨੂੰ ਉਹ ਨਕਸ਼ਾ ਦੱਸ ਹੁਣੇ। ਸੁਨਤ ਸਿੱਖ ਨੇ ਸਕਲ ਬਤਾਈ। ਜਦੋਂ ਬਾਲ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਵੀ ਆਨੰਦਪੁਰ ਸਾਹਿਬ ਦੀ ਸਾਰੀ ਗੱਲ ਦੱਸ ਤੇ ਗੁਰਾਂ ਦੀ ਗੱਲ ਦੱਸ ਵੀ ਸੰਗਤ ਕਿੰਨੀ ਕਾਉਂਦੀ ਹੈ, ਤਾਂ ਜਿਹੜਾ ਸਿੱਖ ਆਨੰਦਪੁਰੋਂ ਚਿੱਠੀ ਲੈ ਕੇ ਆਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਸੁਣ ਕੇ ਸਾਰੀ ਗੱਲ ਇਸਨੇ ਦੱਸੀ। ਆਵੇ ਨਿਤ ਸੰਗਤ ਸਮੁਦਾਇ। ਕਹਿਣ ਲੱਗਾ ਮਹਾਰਾਜ ਸੰਗਤਾਂ ਦੀ ਤਾਂ ਗਿਣਤੀ ਕੋਈ ਨਹੀਂ, ਨੇਤੀ ਬਹੁਤ ਹੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦੀ ਹੈ। ਤਦਰਵ ਸਲਤਾ ਨਿਕਟ ਪਰਵਾਹੂ। ਤੇ ਜੋ ਸਤਲੁਜ ਦਰਿਆ ਹੈ ਉਹਦਾ ਬਿਲਕੁਲ ਆਨੰਦਪੁਰ ਦੇ ਨੇੜੇ ਹੀ ਪ੍ਰਵਾਹ ਹੈ, ਬਿਲਕੁਲ ਲਾਗਿਓਂ ਦੀ ਉਹੀ ਦਰਿਆ ਵਹਿੰਦਾ ਹੈ। ਵਿਮਲ ਅਗਾਧ ਚਲੇ ਜਲ ਮਾਂ। ਜਿਹਦੇ ਵਿੱਚ ਬਿਲਕੁਲ ਸਾਫ਼ ਡੂੰਘਾ ਅਤੇ ਬਹੁਤ ਹੀ ਪਾਣੀ ਦਾ ਪ੍ਰਵਾਹ ਚੱਲਦਾ ਏ। ਨਿਕਟ ਨਿਕਟ ਪਰਬਤ ਗਨ ਖਰੇ। ਤੇ ਫਿਰ ਦੂਜੇ ਪਾਸੇ ਜਿਹੜੇ ਪਰਬਤ ਹਨ, ਪਹਾੜ, ਉਹ ਵੀ ਆਨੰਦਪੁਰ ਦੇ ਨੇੜੇ ਨੇੜੇ ਹੀ ਉੱਚੇ ਉੱਚੇ ਖਲੋਤੇ ਹਨ। ਬਾਸ ਚੰਡਕਾ ਉਪਰ ਕਰੇ। ਤੇ ਜਿੱਥੇ ਚੰਡਕਾ ਨੈਣਾ ਦੇਵੀ ਦਾ ਟਿੱਲਾ ਹੈ ਉਹ ਪਰਬਤ ਸਾਰਿਆਂ ਤੋਂ ਉੱਚਾ ਦਿਖਦਾ ਹੈ। ਅਵਨੀ ਤਲ ਸੁੰਦਰ ਸਬਜ਼ਾਈ। ਤੇ ਫਿਰ ਇਹਨੇ ਪੁੱਛਿਆ ਸੀ ਵੀ ਆਨੰਦਪੁਰ ਸਾਹਿਬ ਦੀ ਧਰਤੀ ਕਿਹੋ ਜੀ ਹੈ, ਤਾਂ ਸਿੱਖ ਮਹਾਰਾਜ ਸਾਹਿਬ ਨੇ ਪੁੱਛਿਆ ਸੀ ਇਹਨੂੰ, ਤਾਂ ਸਤਿਗੁਰੂ ਸਾਹਿਬ ਜੀ ਨੂੰ ਸਿੱਖ ਕਹਿੰਦਾ ਮਹਾਰਾਜ ਜਿਹੜੀ ਅਵਨੀ ਧਰਤੀ ਦਾ ਤਲਾ ਹੈ ਨਾ ਆਨੰਦਪੁਰ ਦਾ, ਸਾਰੀ ਹਰਿਆਵਲਤਾ ਦੇ ਸਹਿਤ ਹੋਈ ਹੈ। ਖਰੇ ਤਰੋਵਰ ਜਹ ਸਮੁਦਾਇ। ਜਿਸ ਧਰਤੀ ਤੇ ਜਿੱਥੇ ਕਿਥੇ ਵੀ ਵੇਖੋ ਤੇ ਬਹੁਤ ਸੋਹਣੇ ਸੋਹਣੇ ਰੁੱਖ, ਕਈ ਫਲਦਾਰ ਤੇ ਕਈ ਫੁੱਲਾਂ ਵਾਲੇ ਤੇ ਕਈ ਹੋਰ ਕੰਮ ਆਉਣ ਵਾਲੇ ਰੁੱਖ ਦਰਖਤ ਲੱਗੇ ਖਲੋਤੇ ਹਨ। ਗੁਰ ਆਨੰਦਪੁਰ ਵਿਖੇ ਸੁਹਾਏ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਇਸ ਵੇਲੇ ਆਨੰਦਪੁਰ ਸਾਹਿਬ ਦੇ ਵਿੱਚ ਹੀ ਸੁਹਾ ਰਹੇ ਨੇ। ਜਦੋਂ ਚਿੱਠੀ ਲੈ ਕੇ ਆਇਆ ਉਦੋਂ ਤਾਂ ਉੱਥੇ ਹੀ ਸਨ, ਉਸ ਹਿਸਾਬ ਨਾਲ ਦੱਸ ਰਿਹਾ ਏ। ਸਿੱਖ ਮਸੰਦ ਟਿਕ ਰਹੇ ਸਮੁਦਾਇ। ਮਹਾਰਾਜ ਕੋਲ ਸਿੱਖ ਵੀ ਬਹੁਤ ਰਹਿੰਦੇ ਨੇ, ਮਸੰਦ ਵੀ ਗੁਰਾਂ ਦੀ ਹਜ਼ੂਰੀ 'ਚ ਰਹਿੰਦੇ ਹਨ ਰੋਜ਼। ਜਹ ਸਤ ਗੁਰ ਕੇ ਚਰਨ ਸਿਧਾਰ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਚਰਨਾਂ ਨਾਲ ਚੱਲ ਕੇ ਜੇ ਸੱਜੇ ਖੱਬੇ ਜਿੱਧਰ ਨੂੰ ਵੀ ਕਿਤੇ ਜਾਂਦੇ ਹਨ, ਸੰਗਤ ਬ੍ਰਿੰਦ ਆਨ ਪਰਵਾਰ। ਬਹੁਤੀਆਂ ਸੰਗਤਾਂ ਘੇਰਾ ਘੱਟ ਕੇ ਮਹਾਰਾਜ ਸਾਹਿਬ ਦੇ ਕੋਲ ਬੈਠ ਜਾਂਦੀਆਂ ਨੇ। ਆਵਤ ਜਾਤ ਹਜ਼ਾਰ ਹੁਨੀ। ਇਸ ਤਰ੍ਹਾਂ ਇਹ ਮਹਾਰਾਜ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੇਤੀ, ਕੋਈ ਆ ਰਿਹਾ ਹੈ ਦਰਸ਼ਨ ਕਰਨ, ਕੋਈ ਜਾ ਰਿਹਾ ਹੈ ਦਰਸ਼ਨ ਕਰਕੇ। ਲੇਤ ਕਾਮਨਾ ਕਰੇ ਜੋ ਚੀਤ। ਜੋ ਵੀ ਕੋਈ ਚਿੱਤ ਵਿੱਚ ਚਾਹਨਾ ਖਾਸ਼ ਰੱਖਦੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰੀ ਕਰ ਦਿੰਦੇ ਹਨ। ਜਸ ਬਹੁ ਫੈਲ ਰਹਿਓ ਸਭ ਦੇਸ਼। ਸੋ ਇਸ ਤਰ੍ਹਾਂ ਬਹੁਤ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਸਾਰੇ ਪੰਜਾਬ ਦੇਸ਼ ਤੇ ਆਸ-ਪਾਸ ਪ੍ਰਗਟ ਹੋ ਰਿਹਾ ਹੈ। ਆਮਹਿ ਲੈ ਲੈ ਦਰਬ ਵਿਸ਼ੇਸ਼। ਵਿਸ਼ੇਸ਼ ਕਰਕੇ ਬਹੁਤਾ ਹੀ ਧਨ ਲੈ ਲੈ ਕੇ ਗੁਰਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆਉਂਦੇ ਨੇ। ਕਰਹਿ ਉਦਾਹਰਨ ਸ਼ਰਧਾਵਾਨ। ਤੇ ਜਿਹੜਾ ਦਿਲੋਂ ਸ਼ਰਧਾ ਰੱਖਦਾ ਹੈ ਨਾ, ਸੱਚਾ ਹੁੰਦਾ, ਉਹਦਾ ਉਧਾਰ ਹੀ ਕਰ ਦਿੰਦੇ ਹਨ ਸ਼ਰਧਾਵਾਨ ਜਾਣ ਕੇ। ਇਸ ਬਿਲਾਸ ਮਹਿ ਗੁਰ ਭਗਵਾਨ। ਇਸ ਤਰ੍ਹਾਂ ਦੇ ਬਿਲਾਸਾਂ ਵਿੱਚ ਗੁਰੂ ਭਗਵਾਨ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਆਨੰਦ ਮਾਣਦੇ ਹਨ। ਸੁਨ ਪ੍ਰਸੰਨ ਸਿੱਖ ਪਰ ਤਬ ਭਾਏ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਕੋ ਸੁਣੀ ਆਨੰਦਪੁਰ ਦੀ ਗਾਥਾ, ਤਾਂ ਸੁਣ ਕੇ ਸਿੱਖ ਤੇ ਬਹੁਤ ਹੀ ਖੁਸ਼ ਹੋਏ।
ਗੁਰਸਿੱਖਾਂ ਤੇਰੇ ਤੇ ਸਾਡੀਆਂ ਬਹੁਤੀਆਂ ਖੁਸ਼ੀਆਂ ਤੂੰ ਸਾਨੂੰ ਸਾਡੇ ਆਨੰਦਪੁਰ ਦੇ ਦਰਸ਼ਨ ਕਰਾ ਦਿੱਤੇ ਨੇ। ਭੁਗਤ ਮੁਕਤ ਕੋ ਬਾਰਿਸ਼ੋ ਬਦਾਏ। ਤੇ ਇਹ ਵੀ ਕਿਹਾ ਨਾ ਤੇਰੇ ਕੋ ਪਦਾਰਥ ਮੁੱਕਣਗੇ ਤੇ ਸੰਸਾਰ 'ਚ ਰਹਿੰਦੇ ਆ ਮੁਕਤ ਵੀ ਤੂੰ ਸਦਾ ਹੀ ਰਹੇਗਾ। ਇਹੋ ਜਿਹੇ ਸ਼ੁਭ ਵਰ ਦਿੱਤੇ। ਜੋਗ ਮਾਤਨ ਤਿਆਰੀ ਕਰਵਾਈ। ਚਿੱਠੀ ਪੱਤਰਕਾ ਪੜ੍ਹਦੇ ਆ ਦੋਵਾਂ ਮਾਤਾਵਾਂ ਨੂੰ ਕਿਹਾ ਮਾਤਾ ਜੀ ਹੁਣ ਤਾਂ ਚੱਲੋ ਗਈ ਨਾ। ਮਹਾਰਾਜ ਨੇ ਵੀ ਕਹਿਤਾ ਆ ਜਾਓ ਪੰਜਾਬ। ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੇ ਅੱਗੇ ਕਹਿ ਕੇ ਸਿੱਖਾਂ ਨੂੰ ਸਾਰੀ ਤਿਆਰੀ ਕੀਤੀ ਹੈ ਵਾਪਸ ਆਨੰਦਪੁਰ ਜਾਣ ਦੀ। ਵਾਹਨ ਸਾਜ ਦਾਸ ਸਮੁਦਾਈ। ਆ ਸੇਵਕਾਂ ਨੂੰ ਕਿਹਾ ਵੀ ਸਭ ਵਾਹਨ ਸਵਾਰੀਆਂ ਤਿਆਰ ਕਰੋ ਜੋ ਵੀ ਪਾਲਕੀਆਂ ਡੋਲੇ ਰਥ ਗੱਡੇ ਹਨ। ਸਿਆੰਦਨ ਡੋਰੇ ਪਾਏ ਉਸ਼ਾਰ। ਮਾਤਾਵਾਂ ਦਾ ਹੁਕਮ ਸੁਣ ਕੇ ਉਸੇ ਵੇਲੇ ਸੇਵਕਾਂ ਨੇ ਸਿਆੰਦਨ ਜਿਹੜੇ ਰਥ ਸਨ ਜਾਂ ਹੋਰ ਗੱਡੇ ਤੇ ਡੋਲੇ ਆਦਿਕ ਉਹਨਾਂ ਤੇ ਵਧੀਆ ਛਾੜ ਪਾਏ ਹਨ। ਜ਼ਰੀਦਾਰ ਜਗਮਗਤ ਉਦਾਰ। ਜਰੀ ਦਾ ਕੰਮ ਜਿਨ੍ਹਾਂ ਛਾੜਾਂ ਦੇ ਵਿੱਚ ਹੋਇਆ ਹੈ ਤੇ ਜਗਮਤ ਉਦਾਰ ਬਹੁਤਾ ਹੀ ਜਗਮਗ ਝਿਲਮਣ ਕਰਦੇ ਹਨ। ਤੁੰਗ ਕਕੁੱਦ ਬਲ ਧੀਰਗ ਬੈਲ। ਤੇ ਤੁੰਗ ਕਕੁੱਦ ਬਲ ਦੀਰਘ ਬੈਲ ਤੇ ਜਿਨ੍ਹਾਂ ਦੇ ਬੰਨ ਉੱਚੇ ਹਨ ਬੜੇ ਹੀ ਤਗੜੇ ਤੇ ਸੋਹਣੇ ਪਲੇ ਹੋਏ ਬਲਦ ਜੋ ਗੱਡਿਆਂ ਤੇ ਜੋੜੇ ਹਨ। ਚਲਹਿ ਤੁਰੰਗ ਮਨਿੰਦੈ ਗੈਲ। ਜਿਵੇਂ ਘੋੜੇ ਰਸਤੇ ਤੇ ਬਹੁਤ ਛੇਤੀ ਨਾਲ ਚੱਲਦੇ ਆ ਇਸ ਤਰ੍ਹਾਂ ਮੋਟੀ ਚਾਲ ਦੇ ਨਾਲ ਚੱਲਣ ਵਾਲੇ ਜਿਹੜੇ ਬਲਦ ਜੋ ਦਿੱਤੇ। ਕੰਚਨ ਪੌਰੀ ਸ਼ਰਿੰਗਨ ਪਾਏ। ਜਿਨ੍ਹਾਂ ਦੇ ਸਿੰਘਾਂ ਦੇ ਉੱਤੇ ਸੋਨਿਆਂ ਦੀਆਂ ਸੰਮਾਂ ਪਾਈਆਂ ਹੋਈਆਂ ਹਨ। ਭੂਖਨ ਟਲਕਾ ਆਦ ਸੁਹਾਏ। ਤੇ ਟੱਲੀ ਆਦਿਕ ਗਹਿਣੇ ਜਿਵੇਂ ਬਲਦ ਜਦੋਂ ਚੱਲਦੇ ਆ ਤੇ ਉਹ ਛਣਕਾਟਾ ਜਿਹਾ ਆਉਂਦਾ ਹੈ ਨਾ ਬਲਦਾਂ ਦੇ ਗਲ ਵਿੱਚ ਜਿਵੇਂ ਟੱਲ ਪਾਏ ਨੇ। ਸੇਵਕਾਦਿਕ ਜਟਨੀ ਨਗ ਕਰੇ। ਤੇ ਜੋ ਪਾਲਕੀਆਂ ਹਨ ਪਾਲਕੀਆਂ ਦੇ ਵਿੱਚ ਵੀ ਸੋਨੇ ਦੇ ਨਗ ਜੜੇ ਹੋਏ ਨੇ। ਮੁਕਰ ਚੁਕੌਨ ਗੋਲ ਬਰ ਜ਼ਰੇ। ਆ ਮੁਕਰ ਚੁਕੌਨ ਗੋਲ ਬਰ ਜਰੇ। ਤੇ ਫਿਰ ਜੇ ਪਾਲਕੀਆਂ ਦੇ ਵਿੱਚ ਜਿੱਥੇ ਸੋਨਾ ਲੱਗਾ ਫਿਰ ਸੋਨੇ ਦੇ ਉੱਤੇ ਨਗ ਜੜੇ ਹੋਏ ਹਨ। ਮੁਖਰ ਚਕੋਨ ਗੋਲ ਬਰ ਜਰੇ। ਗੋਲ ਅਤੇ ਚਾਰ ਨੁਕਰਾਂ ਵਾਲੇ ਸ਼ੀਸ਼ੇ ਐਸੇ ਆਕਾਰ ਬਣਾ ਕੇ ਪੁਰਾਣੇ ਸਮਿਆਂ 'ਚ ਕੋਈ ਕੱਪੜੇ 'ਚ ਬੁਣ ਕੇ ਨਾ ਗੋਲ ਦੇ ਚਾਰ ਨੁਕਰੇ ਸ਼ੀਸ਼ੇ ਤੇ ਉਹ ਝਾਲਰਾਂ ਦੀਆਂ ਚਾਰ ਸਫੇਰੇ ਲਾ ਦਿੰਦੇ ਹੁੰਦੇ ਸਨ। ਇਸ ਤਰ੍ਹਾਂ ਪਾਲਕੀ ਸਾਹਿਬ ਬਹੁਤ ਸੋਹਣੀਆਂ ਸਵਾਰੀਆਂ ਨੇ ਜਿਨ੍ਹਾਂ ਦੇ ਵਿੱਚ ਚੌਰਸ ਤੇ ਗੋਲ ਸ਼ੀਸ਼ੇ ਜੜੇ ਹੋਏ ਹਨ। ਝਾਲਰ ਜ਼ਰੀ ਗੁੰਫਲ ਰਕਾਏ। ਤੇ ਜਰੀਦਾਰ ਝਾਲਰਾਂ ਹੇਠਾਂ ਨੂੰ ਲਮਕ ਰਹੀਆਂ ਨੇ ਗੁੱਛੇ ਸੋਹਣੇ ਫੱਬ ਰਹੇ ਹਨ। ਮੁਕਤਾ ਲਰੀ ਬ੍ਰਿੰਦ ਸ਼ਬ ਛਾਏ। ਮੋਤੀਆਂ ਦੀਆਂ ਲੜੀਆਂ ਪਾਲਕੀ ਵਿੱਚ ਲਟਕ ਰਹੀਆਂ ਬਹੁਤ ਛਵੀ ਪਾ ਰਹੀਆਂ ਸੁੰਦਰਤਾ ਵਧਾ ਰਹੀਆਂ ਹਨ। ਉਚਤ ਸਮਿਗਰੀ ਸਾਥ ਉਠਾਵਨ। ਆ ਜਿਹੜੀ ਨਾਲ ਲੈ ਕੇ ਜਾਣ ਦੇ ਯੋਗ ਸਮੱਗਰੀ ਸੀ ਨਾ ਵੀ ਜੋ ਵੀ ਸਾਨੂੰ ਸਮਾਨ ਬਿਲਕੁਲ ਜ਼ਰੂਰੀ ਚਾਹੀਦਾ ਹੈ ਸਭ ਕੇ ਕੀਨੇ ਭਾਰ ਬੰਧਾਵਨ। ਸਾਰਿਆਂ ਦੀਆਂ ਪੰਡਾਂ ਬੰਨ ਕੇ ਗੱਡਿਆਂ ਦੇ ਉੱਤੇ ਲੱਦ ਦਿੱਤੇ। ਸੁਣ ਤਿਆਰੀ ਕੋ ਸੰਗਤ ਆਈ। ਪਟਨੇ ਦੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਾ ਵੀ ਹੁਣ ਬਿਲਕੁਲ ਤਿਆਰੀ ਕਰ ਹੀ ਲਈ ਆ ਤੁਰਨੀ ਲੱਗੇ ਹਨ ਮਹਾਰਾਜ। ਮਸਤਕ ਟੇਖੇ ਦੇਹੋ ਵਤ ਕਾਈ। ਆ ਕੇ ਬਹੁਤ ਵਸਤੂਆਂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਨੇ ਗੁਰਸਿੱਖ ਤੇ ਗੁਰੂ ਗੋਬਿੰਦ ਸਿੰਘ ਬਾਲ ਸਰੂਪ ਨੂੰ ਹੱਥ ਜੋੜ ਕੇ ਕਹਿੰਦੇ ਮਹਾਰਾਜ ਜੇ ਹੁਣ ਤੁਸੀਂ ਮਨ ਬਣਾ ਹੀ ਲਿਆ ਵੀ ਹੁਣ ਇੱਥੋਂ ਪੰਜਾਬ ਜਾਣਾ ਹੈ ਤੇ ਦੇਹੋ ਵਤ ਕਾਈ ਕੋਈ ਆਪਣੀ ਮਹਾਰਾਜ ਵਸਤੂ ਦਿਓ ਜਿਹੜੀ ਤੁਹਾਡੀ ਅੰਗਾਂ ਨਾਲ ਸੁਹਾਈ ਹੋਵੇ ਜਿਹੜੀ ਤੁਹਾਡੀ ਕੋਈ ਆਪਣੀ ਵਰਤੋਂ ਵਾਲੀ ਵਸਤੂ ਹੋਵੇ ਅਸੀਂ ਉਹ ਪੂਜਾ ਕਰਿਆ ਕਰਾਂਗੇ ਸਾਨੂੰ ਕੋਈ ਨਿਸ਼ਾਨੀ ਦੇ ਕੇ ਜਾਵੋ। ਅੰਗ ਸੰਗ ਜੋ ਲਾਗੇ ਗੁਰ ਕੇ। ਗੁਰੂ ਪਾਤਸ਼ਾਹ ਜੀ ਜੋ ਆਪ ਜੀ ਦੇ ਅੰਗਾਂ ਦੇ ਸੰਗ ਲੱਗੀ ਹੋਈ ਐਸੀ ਕੋਈ ਸਾਨੂੰ ਨਿਸ਼ਾਨੀ ਦੇ ਕੇ ਜਾਵੋ। ਜਿਸ ਤੇ ਲਹੈ ਮਨੋਰਥ ਔਰ ਆ ਜਿਹਦੇ ਤੋਂ ਤੁਹਾਡੀ ਭਾਵਨਾ ਕਰਿਆ ਕਰਾਂਗੇ ਤੇ ਮਨ ਦੇ ਮਨੋਰਥ ਪੂਰੇ ਕਰਿਆ ਕਰਾਂਗੇ ਅਰਦਾਸ ਕਰਕੇ। ਤੁਮ ਸਮ ਪੂਜਹਿ ਦਰਸ਼ਨ ਕਰੈ। ਮਹਾਰਾਜ ਤੁਹਾਡੇ ਵਾਂਗ ਹੀ ਦੀ ਪੂਜਾ ਕਰਾਂਗੇ ਦਰਸ਼ਨ ਕਰਿਆ ਕਰਾਂਗੇ ਅਨੁਭਵ ਕਰਾਂਗੇ ਵੀ ਆਹ ਵਸਤੂ ਏਦਾਂ ਮਹਾਰਾਜ ਇਹਨੂੰ ਪਹਿਨਦੇ ਹੁੰਦੇ ਸਨ। ਹਿਰਦੈ ਭਾਵਨਾ ਸੰਗਤ ਧਰੈ। ਆ ਜਿਹੋ ਜੀ ਵੀ ਆਪ ਜੀ ਅੱਗੇ ਭਾਵਨਾ ਰੱਖਦੇ ਆ ਤੁਹਾਡੀ ਨਿਸ਼ਾਨੀ ਅੱਗੇ ਖਲੋ ਕੇ ਭਾਵਨਾ ਰੱਖ ਅਰਦਾਸ ਕਰਿਆ ਕਰੂ ਪਟਨੇ ਦੀ ਸੰਗਤ। ਸੁਨ ਸ੍ਰੀ ਤੇਗ ਬਹਾਦਰ ਨੰਦਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਸੰਗਤ ਦੀ ਬੇਨਤੀ। ਦੇਵ ਪੰਗੂਰਾ ਸਿੱਖਨ ਬੰਦਨ। ਕਿਉਂਕਿ ਨਵੇਂ ਪਾਤਸ਼ਾਹ ਦਾ ਹੁਕਮ ਆਇਆ ਸੀ ਨਾ ਵੀ ਸੰਗਤ ਜੋ ਕਵੇ ਉਹਨਾਂ ਦੀ ਭਾਵਨਾ ਪੂਰੀ ਕਰਨੀ ਹੈ
ਉਹਨਾਂ ਨੂੰ ਖੁਸ਼ ਕਰਕੇ ਆਉਣਾ ਹੈ। ਉਸ ਬਚਨ ਨੂੰ ਮੰਨਦਿਆਂ ਹੋਇਆਂ ਦਿਓ ਪੰਘੂਰਾ ਸਿੱਖਨ ਬੰਧਨ, ਸਿੱਖਾਂ ਨੂੰ ਨਮਸਕਾਰ ਕਰਨ ਦੇ ਵਾਸਤੇ ਮਹਾਰਾਜ ਜੀ ਨੇ ਆਪਣਾ ਪੰਘੂੜਾ ਦੇ ਦਿੱਤਾ। ਬਾਲਿਕ ਬਹਿ ਹਮ ਇਸ ਪਰ ਰਹੇ। ਕਹਿਣ ਲੱਗੇ ਸਾਧ ਸੰਗਤ ਜੀ, ਜਦੋਂ ਬਾਲਕ ਅਵਸਥਾ ਸੀ ਬਹੁਤਾ ਸਮਾਂ ਅਸੀਂ ਇਸ ਪੰਘੂੜੇ ਵਿੱਚ ਹੀ ਪਏ ਰਹਿੰਦੇ ਹੁੰਦੇ ਸਾਂ। ਸ਼ਰਧਾ ਧਰੋ ਕਾਮ ਨਾ ਲਹੇ। ਇਹੋ ਹੀ ਤੁਸੀਂ ਸਾਡੀ ਨਿਸ਼ਾਨੀ ਲੈ ਲਵੋ ਤੇ ਸ਼ਰਧਾ ਧਾਰ ਕੇ ਤੇ ਇਉਂ ਜਾਣਨਾ ਵੀ ਅਸੀਂ ਇਹਦੇ ਵਿੱਚ ਹੀ ਬਰਾਜ ਰਹੇ ਆ। ਜੋ ਕਾਮਨਾ ਕਰੋਗੇ ਪੂਰੀ ਹੋਵੇਗੀ। ਸਹਿਤਮ ਸੰਦਨ ਆਏ ਸਮਾਨ। ਮਹਾਰਾਜ ਸਾਹਿਬ ਜੀ ਨੇ ਜਦੋਂ ਕਿਹਾ, ਸੰਗਤ ਦੇ ਸਮੇਤ ਮਸੰਦਾਂ ਨੇ ਵੀ ਆਗਿਆ ਮੰਨ ਲਈ। ਰਖਿਓ ਪੰਘੂਰਾ ਜਨਮ ਸਥਾਨੀ। ਜਿੱਥੇ ਜਨਮ ਸਥਾਨ ਹੁਣ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ, ਉਸ ਸਥਾਨ ਤੇ ਮਹਾਰਾਜ ਦਾ ਉਹ ਪੰਘੂੜਾ ਜਿਹਦੇ ਵਿੱਚ ਬਾਲ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ ਬਰਾਜਦੇ ਹੁੰਦੇ ਸਨ, ਉੱਥੇ ਰੱਖ ਲਿਆ ਪਟਨੇ ਦੀ ਸੰਗਤ ਨੇ। ਅਜ ਲੋ ਹੈ ਸੁਨਿਓ ਹਮ ਕਾਨ। ਤੇ ਜਦੋਂ ਕਵੀ ਜੀ ਕਥਾ ਲਿਖਾ ਰਹੇ ਸੀ, ਕਹਿੰਦੇ ਅੱਜ ਤੀਕਰ ਵੀ ਉੱਥੇ ਹੈ। ਉੱਥੇ ਜਾ ਤਾਂ ਕਹਿੰਦੇ ਸਰੀਰ ਕਰਕੇ ਮੇਥੋਂ ਹੋਇਆ ਨਹੀਂ, ਪਰ ਮੈਂ ਗੁਰਸਿੱਖ ਜਿਹੜੇ ਜਾਂਦੇ ਨੇ ਉਹਨਾਂ ਕੋ ਸੁਣਿਆ ਕੰਨਾਂ ਦੇ ਨਾਲ ਵੀ ਉਹ ਪੰਘੂੜਾ ਅੱਜ ਵੀ ਪਟਨਾ ਸਾਹਿਬ ਮਹਾਰਾਜ ਦੀ ਨਿਸ਼ਾਨੀ ਪੂਜੀ ਜਾਂਦੀ ਹੈ। ਅਬ ਭੇਖਕ ਸਿੱਖ ਗੁਰੂ ਸਮਾਨ। ਜਿਵੇਂ ਗੁਰੂ ਸਾਹਿਬ ਦੀ ਪੂਜਾ ਕਰਦੇ ਸਨ, ਉਵੇਂ ਮਹਾਰਾਜ ਦੇ ਪੰਘੂੜੇ ਦੀ ਪੂਜਾ ਕਰਦੇ ਨੇ ਸਿੱਖ। ਜਨਮ ਥਾਨ ਜੋ ਦਰਸ਼ਨ ਕਰ। ਜਿਹੜਾ ਵੀ ਸਿੱਖ ਜਨਮ ਅਸਥਾਨ ਦੇ ਦਰਸ਼ਨ ਕਰਦਾ ਹੈ ਤਖਤ ਸਾਹਿਬ ਦੇ, ਜਨਮ ਜਨਮ ਕੇ ਕਾਲਮਲ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਹੀ ਹਰ ਜਾਂਦੇ ਨੇ ਪਟਨਾ ਸਾਹਿਬ ਸ੍ਰੀ ਹਰਿਮੰਦਰ ਜੀ ਦੇ ਤਖਤ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ। ਸ੍ਰੀ ਗੁਰੂ ਤੇਗ ਬਹਾਦਰ ਜਹਾਂ। ਸੋ ਇਸ ਤਰ੍ਹਾਂ ਫਿਰ ਸੰਗਤ ਨੂੰ ਬਖਸ਼ਿਸ਼ ਕੀਤੀ ਹੈ ਤੇ ਮਹਾਰਾਜ ਤੁਰਨ ਲਈ ਤਿਆਰ ਹੋਏ। ਇਹ ਵਿਚਾਰ ਹੋਈ ਵੀ ਅੱਜ ਪਹਿਲੇ ਦਿਨ ਪੜਾ ਕਿੱਥੇ ਕਰਨਾ। ਮਹਾਰਾਜ ਕਹਿੰਦੇ ਜਦੋਂ ਇੱਥੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੰਜਾਬ ਗਏ ਸਨ ਪਟਨੇ ਤੋਂ, ਚਲਨ ਸਮੈ ਉਤਰੇ ਸੁਖ ਲਹਾ। ਤੇ ਚੱਲਣ ਸਮੇਂ ਮਹਾਰਾਜ ਨੇ ਜਿੱਥੇ ਜਾ ਕੇ ਪਹਿਲਾ ਪੜਾ ਕੀਤਾ, ਉਤਾਰਾ ਕੀਤਾ ਸੀ ਤੇ ਸੁਖ ਮਾਣਿਆ ਸੀ, ਤਹਾਂ ਪ੍ਰਥਮ ਡੇਰਾ ਠਹਿਰਾਇਓ। ਉੱਥੇ ਪਹਿਲਾ ਡੇਰਾ ਠਹਿਰਾਇਆ ਵੀ ਗਊ ਘਾਟ ਵਾਲੇ ਅਸਥਾਨ ਤੇ ਅੱਜ ਰਾਤ ਜਾ ਕੇ ਰਹਾਂਗੇ। ਸਭ ਸੰਕਟ ਕੋ ਭਾਖ ਸੁਣਾ। ਪਟਨੇ ਦੀ ਵੀ ਸਾਰੀ ਸੰਗਤ ਨੂੰ ਇਹ ਗੱਲ ਸੁਣਾ ਦਿੱਤੀ ਗਈ ਸਿੱਖਾਂ ਵੱਲੋਂ ਮਹਾਰਾਜ ਦਾ ਹੁਕਮ ਵੀ ਅੱਜ ਮਹਾਰਾਜ ਇੱਥੋਂ ਚੱਲ ਕੇ ਤੇ ਗਊ ਘਾਟ ਰਹਿਣਗੇ ਰਾਤ। ਜੇਤਕ ਸ਼ਸਤਰ ਸੰਚ ਨਿਜ ਕਰੇ। ਜਿੰਨੇ ਵੀ ਸ਼ਸਤਰ ਮਹਾਰਾਜ ਨੇ ਪਲੰਗੇ ਦੇ ਇਕੱਠੇ ਕਰ ਕਰਕੇ ਰੱਖੇ ਹੋਏ ਸਨ ਦਸਵੇਂ ਪਾਤਸ਼ਾਹ, ਸੋ ਸੰਦੂਖ ਮਹਿ ਸਾਦਰ ਧਰੇ। ਉਹ ਸਾਰੇ ਇਕੱਤਰ ਕਰਕੇ ਤੇ ਪੋਸ਼ਾਕਾਂ ਦੇ ਵਿੱਚ ਲਪੇਟ ਕੇ ਬੜੇ ਸਤਿਕਾਰ ਨਾਲ ਇੱਕ ਸੰਦੂਕ ਦੇ ਵਿੱਚ ਰੱਖ ਦਿੱਤੇ। ਦਾਸਨ ਕੇ ਸਿਰ ਪਰ ਤਰਵਾਏ। ਤੇ ਸੇਵਕਾਂ ਨੂੰ ਕਿਹਾ ਵੀ ਇਹ ਸਿਰ ਤੇ ਚੁੱਕ ਕੇ ਸਤਿਕਾਰ ਦੇ ਨਾਲ ਤੁਸੀਂ ਲੈ ਕੇ ਜਾਵੋ। ਕਹਿ ਕਰ ਪੂਰਬ ਦੀਏ ਪੁਜਾਏ। ਆਓ ਪਹਿਲਾਂ ਹੀ ਮਹਾਰਾਜ ਨੇ ਵੀ ਇਹ ਜਿੱਥੇ ਗਊ ਘਾਟ ਹੈ ਨਾ, ਕਹਿੰਦੇ ਸ਼ਸਤਰ ਉੱਥੇ ਲੈ ਕੇ ਚਲੇ ਜਾਓ, ਉੱਥੋਂ ਫਿਰ ਅਸੀਂ ਗੱਡਿਆਂ ਤੇ ਰਥਾਂ ਤੇ ਟਿਕਾ ਲਵਾਂਗੇ। ਅਪਰ ਸਮਿਗਰੀ ਚਲ ਚਲ ਤਹਾਂ। ਹੋਰ ਵੀ ਸਮਗਰੀਆਂ ਚੱਲ ਚੱਲ ਕੇ ਲੈ ਕੇ ਸੇਵਕ ਗਊ ਘਾਟ ਵਾਲੇ ਸਥਾਨ ਤੇ ਪਹੁੰਚ ਗਏ ਪਹਿਲਾਂ ਹੀ। ਆਨ ਪਹੁੰਚੇ ਡੇਰੇ ਜਹਾਂ। ਜਿੱਥੇ ਡੇਰਾ ਕਰਨਾ ਸੀ ਸੇਵਕ ਪਹਿਲਾਂ ਹੀ ਉੱਥੇ ਪਹੁੰਚ ਰਹੇ ਨੇ ਸਮਾਨ ਲੈ ਕੇ। ਬਾਲਕ ਖੇਲਤ ਸੋ ਸਭ ਆਏ। ਜਿਹਨਾਂ ਬਾਲਕਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਡਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਵੀ ਮਿਲਣ ਵਾਸਤੇ ਸਾਰੇ ਚੱਲ ਕੇ ਆ ਗਏ। ਹਾਥ ਜੋਰ ਬੰਦੇ ਸਮੁਦਾਇ। ਸਾਰਿਆਂ ਹੱਥ ਜੋੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ। ਸਿਆਣੇ ਭਨੇ ਤਿਨੋ ਮਹਿ ਐਸੇ। ਜਿਹੜੇ ਕੁਝ ਸਿਆਣੀ ਉਮਰ ਦੇ ਸਨ ਨਾ, ਉਹ ਏਦਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ। ਕਰੀ ਸਬਨ ਸੋ ਗੋਬਿੰਦ ਜੈਸੇ। ਵਿਰਾਗ ਵਿੱਚ ਸਨ ਨਾ, ਦੁਖੀ ਸਨ, ਕਹਿਣ ਲੱਗੇ ਵੀ ਇਹਨਾਂ ਤਾਂ ਸਾਡੇ ਨਾਲ ਐਵੇਂ ਕੀਤੀ ਹੈ। ਕਰੀ ਸਬਨ ਸੋ ਗੋਬਿੰਦ ਜੈਸੇ, ਕਹਿੰਦੇ ਅਸੀਂ ਸੁਣਦੇ ਹੁੰਦੇ ਸੀ ਆਪਣੀ ਮਾਈ ਕੋ ਘਰ ਦੇ ਵਿੱਚ ਕ੍ਰਿਸ਼ਨ ਦੀਆਂ ਸਾਖੀਆਂ, ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਨਾਲ ਇਦਾਂ ਕੀਤੀ ਹੈ ਜਿਵੇਂ ਕ੍ਰਿਸ਼ਨ ਨੇ ਕੀਤੀ ਸੀ। ਜਬ ਸੁਧ ਭਾਈ ਤਿਆਗ ਕਰ ਗਏ। ਕਹਿੰਦੇ ਵੀ ਜਦੋਂ ਉਹਨਾਂ ਨੂੰ ਸੁੱਧ ਹੋਈ ਨਾ ਥੋੜੀ ਜਿਹੀ ਸਰੀਰ ਦੀ, ਤਾਂ ਆਪਣੇ ਹਾਣੀਆਂ ਨੂੰ ਤਿਆਗ ਕਰਕੇ ਚਲੇ ਗਏ। ਬ੍ਰਿੰਦਾਵਨ ਬਾਸੀ ਦੁਖ ਲਏ। ਤੇ ਬਿੰਦਰਾਵਨ ਦੇ ਵਿੱਚ ਪਹਿਲਾਂ ਖੇਡਾਂ ਕਰਦੇ ਰਹੇ ਬਾਲਕ ਅਵਸਥਾ ਦੀਆਂ, ਤੇ ਜਦੋਂ ਉਹਨਾਂ ਨੂੰ ਸਰੀਰ ਦੀ ਸੁੱਧ ਆਈ, ਥੋੜਾ ਸਰੀਰ ਵੱਡਾ ਹੋਇਆ, ਤਾਂ ਬਿੰਦਰਾਵਨ ਤੇ ਆ ਕੇ ਚਲੇ ਗਏ ਸਨ ਮਥੁਰਾ ਦੇ ਵਿੱਚ।
ਤੇ ਬਿੰਦਰਾਬਨ ਦੇ ਜਿਹੜੇ ਲੋਕ ਉਹ ਬੜੇ ਦੁਖੀ ਹੋਏ। ਮਥੁਰਾ ਜਾਏ ਬਸੇ ਤਤਕਾਲਾ। ਕਹਿੰਦੇ ਝਾਟੀ ਬਿੰਦਰਾਬਨ ਤੋਂ ਜਾ ਕੇ ਕ੍ਰਿਸ਼ਨ ਜੀ ਤੇ ਮਥੁਰਾ ਵਿੱਚ ਨਿਵਾਸ ਕਰ ਲਿਆ। ਬਾਲ ਸਖਾ ਸਭ ਭਰੇ ਬਿਹਾਲਾ। ਉਹਨਾਂ ਦੇ ਜਿਹੜੇ ਵੀ ਬਾਲ ਸਮੇਂ ਦੇ ਸਖਾ ਸਨ, ਖੇਡਾਂ ਖੇਡਦੇ ਰਹੇ, ਬੜੇ ਦੁਖੀ ਬਿਆਕਲ ਹੋ ਗਏ, ਬਿਹਾਲ ਹੋ ਗਏ ਸਨ। ਤਿਨਹੁ ਮਨਿੰਦ ਨਾਮ ਇਨ ਕੇਰਾ। ਉਹ ਜਿਹੜੇ ਮਹਾਰਾਜ ਦੇ ਹਾਣੀ ਨੇ ਨਾ, ਕੁਝ ਸਿਆਣੀ ਉਮਰ ਦੇ, ਕਹਿੰਦੇ ਵੀ ਉਹਨਾਂ ਕ੍ਰਿਸ਼ਨ ਜੀ ਦੇ ਮਨੇਂਦੀ ਇਹਨਾਂ ਦਾ ਨਾਮ ਹੈ। ਇਹਨਾਂ ਦਾ ਨਾਮ ਹੀ ਜਿਵੇਂ ਗੁਰੂ ਗੋਬਿੰਦ ਸਿੰਘ ਹੈ ਤਾਂ ਕ੍ਰਿਸ਼ਨ ਜੀ ਦਾ ਨਾਮ ਹੀ ਇੱਕ ਗੋਬਿੰਦ ਕਰਕੇ ਕਹਿੰਦੇ ਹੁੰਦੇ ਸਨ। ਉਹਨਾਂ ਦੇ ਨਾਮ ਹੀ ਬਰਾਬਰ ਹੀ ਨਾਮ ਹੈ ਤੇ ਕੀਤੀ ਵੀ ਕਹਿੰਦੇ ਇਹਨਾਂ ਨੇ ਉਹਨਾਂ ਵਰਗੀ ਸਾਡੇ ਨਾਮ। ਕਿਰਿਆ ਬਿਖੇਪੀ ਸਮਹੀ ਹੇਰਾ। ਤੇ ਜਿਵੇਂ ਨਾਮ ਰਲਦੇ ਨੇ ਕ੍ਰਿਸ਼ਨ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ, ਕਿਰਿਆ ਵਿਖੇ ਵੀ ਸਮਹੀ ਹੇਰਾ। ਤੇ ਜਿਵੇਂ ਉਹਨਾਂ ਨੇ ਕੀਤੀ ਸੀ ਵੀ ਥੋੜੀ ਸਰੀਰ ਦੀ ਹੋਸ਼ ਆਈ ਤੇ ਬਿੰਦਰਾਬਨ ਛੱਡ ਕੇ ਮਥੁਰਾ ਚਲੇ ਗਏ, ਇਵੇਂ ਇਹ ਸਾਨੂੰ ਪਟਨੇ 'ਚ ਛੱਡ ਕੇ ਪੰਜਾਬ ਜਾ ਰਹੇ ਹਨ। ਪ੍ਰੇਮ ਦਾਨ ਸੋ ਬੰਧਨ ਧਰੇ। ਪਹਿਲਾਂ ਕਹਿੰਦੇ ਵੀ ਪ੍ਰੇਮ ਦੀ ਰੱਸੀ ਦੇ ਨਾਲ ਸਾਨੂੰ ਬੰਨ ਲਿਆ। ਵਿਸ਼ਰਤ ਬਹੁਰ ਤਿਆਗ ਕਹੋ ਕਰੇ। ਤੇ ਫੇਰ ਕਹਿੰਦੇ ਵਿਛੋੜ ਕੇ ਤਿਆਗ ਕਰਕੇ ਝਾਟੀ ਛੱਡ ਕੇ ਚਲੇ ਗਏ। ਦੋਨੋਂ ਜਨ ਇੱਕ ਪਾਟੀ ਪੜੇ। ਐਵੇਂ ਬੱਚੇ ਕਹਿੰਦੇ ਤਾਂ ਐਵੇਂ ਹੈ ਵੀ ਜਿਵੇਂ ਦੋਵਾਂ ਨੇ, ਕ੍ਰਿਸ਼ਨ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਹੀ ਫੱਟੀ ਪੜੀ ਹੋਵੇ, ਭਾਵੇਂ ਇੱਕੋ ਹੀ ਪੜ੍ਹਾਈ ਜਿਵੇਂ ਪੜ੍ਹੀ ਹੋਵੇ। ਉਹ ਵੀ ਆਪਣੇ ਹਾਣੀਆਂ ਨੂੰ ਛੱਡ ਕੇ ਚਲੇ ਗਏ ਸਨ, ਇਹ ਵੀ ਆਪਣੇ ਮਿੱਤਰਾਂ ਨੂੰ ਛੱਡ ਕੇ ਜਾ ਰਹੇ ਹਨ। ਮਿਲ ਸਭ ਕੇ ਮਨ ਲੇਵਤ ਕਢੇ। ਤੇ ਸਾਰਿਆਂ ਦੇ ਨਾਲ ਮਿਲ ਮਿਲ ਕੇ ਉਹਨਾਂ ਦਾ ਮਨ ਤਾਂ ਕੱਢ ਹੀ ਲਿਆ ਅੰਦਰੋਂ। ਸਾਡੇ ਦਿਲ ਤਾਂ ਪਹਿਲਾਂ ਇਹਨਾਂ ਚੁਰਾ ਹੀ ਲਏ ਨੇ। ਕ੍ਰਿਸ਼ਨ ਜੀ ਨੇ ਵੀ ਕਹਿੰਦੇ ਵੀ ਆਪਣੇ ਸਖਾ ਬਾਲਕਾਂ ਦੇ ਦਿਲ ਚੁਰਾ ਲਏ ਸਨ। ਸੋਈ ਆਨ ਲੀਨ ਅਵਤਾਰ। ਸਾਨੂੰ ਤਾਂ ਕਹਿੰਦੇ ਐਸੀ ਭਾਵਨਾ ਹੈ ਵੀ ਉਹ ਕ੍ਰਿਸ਼ਨ ਜੀ ਨੇ ਹੀ ਆ ਕੇ ਅਵਤਾਰ ਲਿਆ ਹੈ। ਨਿਸ਼ਚੇ ਜਾਣੇ ਪਰਹਿ ਬਿਹਾਰ। ਇਹਨਾਂ ਦੇ ਨਿਸ਼ਚੇ ਉਹੋ ਜਿਹੇ ਵਿਹਾਰ ਜਾਣੇ ਜਾਂਦੇ ਨੇ। ਇੱਥੇ ਸਾਧ ਸੰਗਤ ਇੱਕ ਗੱਲ ਧਿਆਨ ਦੇਣ ਵਾਲੀ ਹੈ ਵੀ ਜੋ ਇਹ ਕਵੀ ਜੀ ਲਿਖ ਰਹੇ ਨੇ ਨਾ, ਇਹ ਜਿਵੇਂ ਉਹ ਬਾਲਕ ਪਟਨੇ ਦੇ ਕਹਿ ਰਹੇ ਨੇ, ਉਹਨਾਂ ਦਾ ਪ੍ਰਸੰਗ ਹੈ। ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਖ ਜਾਣਦੇ ਨੇ ਵੀ ਸਾਡੇ ਗੁਰੂ ਸਾਹਿਬ ਪਰਮੇਸ਼ਰ ਅਕਾਲ ਪੁਰਖ ਨਿਰਗੁਣ ਦਾ ਅਵਤਾਰ ਆਏ ਨੇ। ਪਰ ਜਿਹੜੇ ਹੋਰ ਧਰਮਾਂ ਦੇ ਜਿਨ੍ਹਾਂ ਦੀ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਸ਼ਰਧਾ ਹੈ, ਉਹ ਗੁਰੂ ਸਾਹਿਬ ਜੀ ਨੂੰ ਆਪਣੇ ਉਸ ਅਵਤਾਰ ਦੇ ਬਰਾਬਰ ਕਹਿੰਦੇ ਨੇ। ਦਿੰਦੇ ਤਾਂ ਅਸਲ ਵਿੱਚ ਉਹ ਸਤਿਕਾਰ ਹੀ ਹੈ, ਕਿਉਂਕਿ ਉਹਨਾਂ ਦੀ ਭਾਵਨਾ ਹੁਣ ਸਨਾਤਨੀ ਹਿੰਦੂ ਧਰਮ ਦੇ ਭਾਵਨਾ ਜਿਹੜੀ ਹੈ ਰਾਮ ਚੰਦਰ ਜੀ ਤੇ ਠਹਿਰੀ ਹੈ। ਕ੍ਰਿਸ਼ਨ ਜੀ ਤੇ ਰਾਮ ਨੂੰ ਸਭ ਤੋਂ ਆਪਣਾ ਵੱਡਾ ਮੰਨਦੇ ਨੇ। ਇਸ ਕਰਕੇ ਉਹ ਬਾਲਕ ਜਦੋਂ ਵਿਛੜ ਲੱਗੇ ਆ ਤਾਂ ਵਿਰਾਗ ਵਿੱਚ ਆਏ, ਗੱਲਾਂ ਕਰਦੇ ਵੀ ਅਸੀਂ ਆਪਣੇ ਮਾਪਿਆਂ ਕੋ ਘਰੇ ਸੁਣਦੇ ਹੁੰਦੇ ਸਾਂ ਵੀ ਐਵੇਂ ਕ੍ਰਿਸ਼ਨ ਜੀ ਜੋ ਬਿੰਦਰਾਬਨ ਵਿੱਚ ਖੇਡਦੇ ਰਹੇ, ਜਦੋਂ ਥੋੜੇ ਵੱਡੇ ਹੋਏ ਤਾਂ ਹਾਣੀਆਂ ਨੂੰ ਛੱਡ ਕੇ ਤੇ ਮਥੁਰਾ ਚਲੇ ਗਏ। ਕਹਿੰਦੇ ਸਾਨੂੰ ਅੱਜ ਇਉਂ ਲੱਗਦਾ ਵੀ ਜਿਹੜੀ ਗੱਲ ਉਹਨਾਂ ਨਾਲ ਹੋਈ ਸੀ ਅੱਜ ਸਾਡੇ ਨਾਲ ਵੀ ਉਵੇਂ ਹੋਈ ਹੈ ਵੀ ਸਾਡੇ ਨਾਲ ਖੇਡਦੇ ਰਹੇ, ਪ੍ਰੇਮ ਪਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਾਡੇ ਦਿਲ ਇਹਨਾਂ ਨੇ ਖਿੱਚ ਲਏ, ਆਪਣੇ ਪਿਆਰ ਦੇ ਵਸ ਵਿੱਚ ਕਰ ਲਏ ਤੇ ਅੱਜ ਸਾਨੂੰ ਉਸੇ ਤਰ੍ਹਾਂ ਹੀ ਛੱਡ ਕੇ ਕਹਿੰਦੇ ਹੁਣ ਪਟਨੇ ਜੋ ਪੰਜਾਬ ਵੱਲ ਨੂੰ ਜਾ ਰਹੇ ਹਨ, ਜਿਵੇਂ ਇਹਨਾਂ ਨੇ ਇੱਕੋ ਹੀ ਪੜ੍ਹਾਈ ਪੜ੍ਹੀ ਹੋਵੇ। ਵਾਹਿਗੁਰੂ ਬ੍ਰੇਕੋ ਸੰਕਟ ਜਿਨ ਘਨ ਸ਼ਿਆਮੋ। ਕਹਿੰਦੇ ਵੀ ਇੱਕੋ ਜਿਹੇ ਵਿਹਾਰ ਹਨ, ਜਿਵੇਂ ਬ੍ਰਿਹ ਕੋ ਸੰਕਟ ਜਿਮ ਘਨ ਸ਼ਾਮੂ। ਜਿਵੇਂ ਕ੍ਰਿਸ਼ਨ ਜੀ ਦੇ ਬਿੰਦਰਾਬਨ ਤੋਂ ਜਾਣ ਕਰਕੇ ਬਹੁਤਾ ਸੰਕਟ ਬਿੰਦਰਾਬਨ ਨਿਵਾਸੀਆਂ ਨੂੰ ਹੋਇਆ ਸੀ, ਇਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਕਰਕੇ ਸਾਨੂੰ ਪਟਨੇ ਦੇ ਲੋਕਾਂ ਨੂੰ ਦੁੱਖ ਹੋ ਰਿਹਾ ਹੈ। ਪਟਨੇ ਮਹਿ ਸਿੱਖਿਆਨ ਧੰਮੋ। ਜਿਵੇਂ ਬਿੰਦਰਾਬਨ ਦੇ ਲੋਕ ਕ੍ਰਿਸ਼ਨ ਜੀ ਦੇ ਜਾਣ ਕਰਕੇ ਦੁਖੀ ਹੋਏ ਸਨ, ਇਵੇਂ ਪਟਨੇ ਦੇ ਸਿੱਖ 10ਵੇਂ ਪਾਤਸ਼ਾਹ ਦੇ ਪੰਜਾਬ ਜਾਣ ਕਰਕੇ ਦੁਖੀ ਹੋ ਗਏ। ਸ਼ਾਮਰ ਕੇ ਸੁਤ ਕੇਤਕ ਕਹੈ। ਕਈ ਤਾਂ ਜਿਹੜੇ ਸ਼ਾਹੂਕਾਰਾਂ ਦੇ ਬੱਚੇ ਮਹਾਰਾਜ ਨਾਲ ਖੇਡਦੇ ਰਹੇ ਸਨ, ਉਹ ਆਪਣੇ ਮਾਪਿਆਂ ਨੂੰ ਇਦਾਂ ਕਹਿੰਦੇ ਹਨ, ਤੋ ਇਨਕੇ ਸੰਗ ਹੀ ਰਹਿ। ਅਸੀਂ ਤਾਂ ਕਹਿੰਦੇ ਮਾਂ ਜੀ ਇਹਨਾਂ ਦੇ ਨਾਲ ਹੀ ਰਹਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ। ਜਦ ਇਸ ਦੇਸ਼ ਆਏ ਹੈ ਫੇਰ ਇਹਨਾਂ ਦੇ ਨਾਲ ਹੀ ਪੰਜਾਬ ਜਾਵਾਂਗੇ, ਕਿਉਂਕਿ ਜਦੋਂ ਫਿਰ ਮੁੜ ਕੇ ਵਾਪਸ ਪਟਨੇ ਦੇਸ਼ ਵਿੱਚ ਆਉਣਗੇ ਜਿਸਨ ਬੰਧਨ ਕੋ ਪੁਨ ਹੈ। ਫੇਰ ਆ ਕੇ ਅਸੀਂ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਉਦੋਂ ਵੇਖ ਲਵਾਂਗੇ। ਹੁਣ ਤਾਂ ਅਸੀਂ ਵੀ ਪੰਜਾਬ ਹੀ ਜਾਣਾ, ਵਿਛੜਨਾ ਨਹੀਂ ਇਹਨਾਂ ਨਾਲੋਂ। ਇਨਕੇ ਮਾਤ ਪਿਤਾ ਸਮਝਾਵੇ।
ਉਹਨਾਂ ਬੱਚਿਆਂ ਦੇ ਜਿਹੜੇ ਮਾਈ ਬਾਪ ਨੇ ਨਾ, ਉਹ ਮਾਤਾ ਪਿਤਾ ਸਮਝਾਉਂਦੇ ਨੇ ਬੇਟਾ ਜੀ ਇਦਾਂ ਨਹੀਂ ਹੋ ਸਕਦਾ। ਏ ਸੁਤ ਆਬੇ ਫੇਰ ਨਾ ਇਹ ਆਵੇ। ਪੁੱਤਰ, ਇਹ ਗੁਰੂ ਗੋਬਿੰਦ ਸਿੰਘ ਜੀ ਜੋ ਚੱਲੇ ਨੇ ਪਟਨਾ ਛੱਡ ਕੇ ਨਾ, ਮੁੜ ਕੇ ਫੇਰ ਨਹੀਂ ਸਾਡੇ ਕੋ ਆਉਣਾ। ਹਮਰੇ ਬੜੇ ਭਾਗ ਜੇ ਹੋ, ਜੇ ਸਾਡੇ ਇੰਨੇ ਹੀ ਵੱਡੇ ਭਾਗ ਹੁੰਦੇ ਇਹਾਂ ਵਸਤ ਪਿਖ ਆਨੰਦ ਉਦੋ। ਤਾਂ ਇਹ ਇੱਥੇ ਪਟਨੇ 'ਚ ਨਾ ਵਸਦੇ, ਇਹਨਾਂ ਦੇ ਅਸੀਂ ਦਰਸ਼ਨ ਕਰਦੇ, ਸਦਾ ਆਨੰਦ ਮਾਣਦੇ। ਹੁਣ ਵਾਪਸ ਨਹੀਂ ਇਹਨਾਂ ਮੁੜਨਾ। ਤੇਤਕ ਨਿਜ ਪੁੱਤਰਨ ਗਹਿ ਰਾਖ। ਇਸ ਤਰ੍ਹਾਂ ਕਈ ਬੱਚੇ ਤਾਂ ਬਹੁਤ ਜਿੱਦ ਕਰਨ ਲੱਗ ਪਏ ਵੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਜਾਣਾ ਹੈ। ਉਹਨਾਂ ਦੇ ਮਾਪੇ ਸਮਝਾਉਂਦੇ ਨੇ, ਫੜ ਫੜ ਕੇ ਘਰ ਦੇ ਵਿੱਚ ਰੱਖਦੇ ਹਨ। ਜਿਨ ਗੁਰ ਸੰਗ ਗਮਨ ਅਬਲਖ ਹੈ। ਤੇ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਜਾਣ ਦੀ ਅਭਲਾਖਾ ਕਰਦੇ ਨੇ, ਉਹਨਾਂ ਨੂੰ ਸਮਝਾਉਂਦੇ ਨੇ, ਖਿੱਚ ਖਿੱਚ ਘਰ ਵਿੱਚ ਰੱਖਦੇ ਨੇ। ਤੇ ਕਹੇ ਨਹੀਂ ਰੋਦਨ ਕੋ ਕਰਹੀ। ਰੋਣੋਂ ਹਟਦੇ ਨਹੀਂ ਹੈ। ਮਾਂ ਬਾਪ ਬਥੇਰਾ ਘਰ ਵਿੱਚ ਖਿੱਚ ਖਿੱਚ ਕੇ ਬਿਠਾਉਂਦੇ ਨੇ ਵੀ ਇੱਥੇ ਬੈਠ ਜਾਓ, ਕਿੱਥੇ ਨਾਲ ਜਾਣਾ ਤੁਸੀਂ ਏਡੀ ਦੂਰ। ਉਹਨਾਂ ਤਾਂ ਵਾਪਸ ਨਹੀਂ ਆਉਣਾ, ਆਪਣੇ ਦੇਸ਼ ਰਹਿਣਾ ਪੰਜਾਬ ਦੇ ਵਿੱਚ, ਪਰ ਫੇਰ ਵੀ ਬਾਲਕ ਰੋਈ ਜਾਂਦੇ ਹਨ। ਬਾਰ ਬਾਰ ਸਮਝਾਏ ਸੁਧਰਹੀ। ਵਾਰ ਵਾਰ ਸਮਝਾ ਕਰਕੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਵੀ ਤੁਸੀਂ ਬੇਟਾ ਜੀ ਐਵੇਂ ਬਰਲਾਪ ਨਾ ਕਰੋ, ਜਿੱਦ ਨਾ ਕਰੋ, ਨਹੀਂ ਜਾ ਸਕਦੇ ਨਾਲ। ਨਿਜ ਭਰੋਸ ਮਹਿ ਬਿਰਦਾ ਜੋਈ। ਐਵੇਂ ਬੱਚੇ ਤਾਂ ਬਹੁਤ ਸਾਧ ਸੰਗਤ ਦੁਖੀ ਹੋ ਗਏ, ਮਾਤਾ ਪਿਤਾ ਨੂੰ ਮੁਸ਼ਕਲ ਹੋ ਗਈ, ਬੜੇ ਜ਼ੋਰ ਦੇ ਨਾਲ ਉਹਨਾਂ ਰੋਕ ਕੇ ਘਰੋਂ ਘਰੀ ਰੱਖੇ। ਇੱਧਰ ਹੁਣ ਜਿਹੜੀ ਉਹ ਬਿਰਧ ਮਾਤਾ ਚਰਖਾ ਕੱਤਦੀ ਹੁੰਦੀ ਸੀ ਤੇ ਮਹਾਰਾਜ ਦੇ ਗਵਾਂਢ ਵਿੱਚ ਪੜੋਸ ਵਿੱਚ ਰਹਿੰਦੀ ਸੀ, ਜਿੱਥੇ ਸਤਿਗੁਰੂ ਦਾ ਨਿਵਾਸ ਹੈ। ਜਿਸੇ ਖਜਾਵਹਿ ਸੋ ਦੁਖ ਪੋਈ। ਜਿਹਨੂੰ ਮਹਾਰਾਜ ਸਾਹਿਬ ਜੀ ਖਜਾਉਂਦੇ ਹੁੰਦੇ ਸੀ, ਹਾਣੀਆਂ ਨਾਲ ਜਾ ਕੇ ਉਹਦੇ ਘਰੇ ਕਦੀ ਉਹਦਾ ਪੂਣੀਆਂ ਕੱਤੀਆਂ ਖਿਲਾਰ ਦੇਣੀਆਂ, ਕਦੀ ਉਹ ਟੋਕਰੀ ਜੀ ਸਾਰੀ ਸੁੱਟ ਦੇਣੀ, ਕਦੀ ਚਰਖੇ ਦਾ ਤੰਦ ਤੋੜ ਦੇਣਾ। ਉਹ ਜਦੋਂ ਮਾਤਾ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚੱਲੇ ਨੇ, ਤਾਂ ਉਹ ਦੁੱਖਾਂ ਵਿੱਚ ਹੀ ਮਾਨੋ ਪਰੋਤੀ ਗਈ, ਜਿਵੇਂ ਹਾਰ ਪਰੋਈਦਾ ਹੈ। ਬਹੁਤ ਬਿਨੀ ਕੋ ਕਰਤ ਬਖਾਨ। ਆ ਗਈ ਘਰ ਵਿੱਚ, ਬਹੁਤ ਹੀ ਬੇਨਤੀਆਂ ਕਰਨ ਲੱਗ ਪਈ ਬਿਰਧ ਮਾਤਾ। ਏ ਗੋਬਿੰਦ ਮਮ ਪ੍ਰੇਮ ਮਹਾਨ। ਹੇ ਗੋਬਿੰਦ ਲਾਲ, ਹੇ ਗੋਬਿੰਦ ਰਾਏ ਮੇਰੇ ਪੁੱਤਰ, ਤੇਰੇ ਨਾਲ ਤਾਂ ਮੇਰਾ ਬਹੁਤਾ ਹੀ ਨੇਹੋਂ ਪ੍ਰੇਮ ਲੱਗਾ ਹੈ। ਨਹਿ ਮਨ ਤਿਰਹਿ ਬਹੁਤ ਅਕਲਾਉ। ਤੇਰੇ ਤੋਂ ਬਿਨਾ ਮੇਰਾ ਮਨ ਨਹੀਂ ਹੁਣ ਟਿਕਣਾ, ਬੜੀ ਦੁਖੀ ਹੋ ਜਾਵਾਂਗੀ। ਬਿਰਧ ਮਾਤਾ ਨੂੰ, ਬੁੱਢੜੀ ਮਾਂ ਆਪਣੀ ਨੂੰ ਹੁਣ ਤੂੰ ਛੱਡ ਕੇ ਚੱਲੇ ਆਏ। ਬਾਰ ਬਾਰ ਕਹੇ ਕਿਸਹਿ ਬੁਲਾਉ। ਮੈਂ ਹੁਣ ਵਾਰ ਵਾਰ ਕੇ ਕਿਹਨੂੰ ਕਹਿ ਕੇ ਕਿਹਨੂੰ ਬੁਲਾਇਆ ਕਰੇਂਗੀ ਵੀ ਹੇ ਗੋਬਿੰਦ ਹਟ ਜਾ, ਤੂੰ ਪੁੱਤ ਹਟ ਜਾ। ਮੈਂ ਕਿਹਨੂੰ ਪੁੱਤਰ ਝਿੜਕਿਆ ਕਰਾਂਗੀ। ਤੂੰ ਹੁਣ ਮੇਰੀਆਂ ਪੂਣੀਆਂ ਨਹੀਂ ਖਿਲਾਰੇਂਗਾ, ਮੇਰੇ ਚਰਖੇ ਦਾ ਤੰਦ ਨਹੀਂ ਤੋੜੇਂਗਾ, ਮੈਨੂੰ ਘਰ 'ਚ ਆ ਕੇ ਸਤਾਏਂਗਾ ਨਹੀਂ, ਮੇਰੇ ਕੋਠੇ ਤੇ ਹਾਣੀਆਂ ਨੂੰ ਲੈ ਕੇ ਜਦੋਂ ਨਹੀਂ ਚੜ੍ਹੇਗਾ ਤਾਂ ਮੈਂ ਵਾਰ-ਵਾਰ ਕਹਿ ਕੇ ਕਿਹਨੂੰ ਝਿੜਕਿਆ ਕਰਾਂਗੀ, ਕਿਹਦੇ ਨਾਲ ਪਿਆਰ ਕਰਾਂਗੀ। ਇਤਿਆਦਿਕ ਬਹੁ ਪ੍ਰੇਮ ਕਰੰਤੀ। ਇਤਿਆਦਿਕ ਹੋਰ ਵੀ ਬੜੇ ਪਿਆਰ ਦੇ ਬਚਨ ਇਸ ਬਿਰਧ ਮਾਤਾ ਨੇ ਕੀਤੇ ਮਹਾਰਾਜ ਸਾਹਿਬ ਨਾਲ। ਬਲਹਾਰੀ ਹੋਏ ਕਸ਼ਟ ਲਹੰਤੀ। ਬਲਹਾਰ ਵੀ ਜਾਂਦੀ ਹੈ ਵੀ ਕੈਸਾ ਸੋਹਣਾ ਸਰੂਪ ਹੈ, ਦੁੱਖ ਵੀ ਮੰਨਦੀ ਹੈ ਵੀ ਹੁਣ ਇਹਦੇ ਦਰਸ਼ਨ ਫੇਰ ਨਹੀਂ ਹੋਣੇ ਮੈਨੂੰ। ਦੇਖ ਪ੍ਰੇਮ ਕੋ ਅਧਿਕ ਕਿਰਪਾਲਾ। ਮਹਾਰਾਜ ਸਾਹਿਬ ਨੇ ਬਿਰਧ ਮਾਤਾ ਦਾ ਪ੍ਰੇਮ ਵੇਖਿਆ ਵੀ ਇਹ ਸਾਡੇ ਨਾਲ ਬਹੁਤਾ ਪਿਆਰ ਕਰਦੀ ਹੈ, ਕਿਉਂਕਿ ਮਾਈ ਕਹਿੰਦੀ ਸੀ ਵੀ ਲਾਮਾ ਤਾਂ ਮੈਂ ਕਈ ਵਾਰ ਐਵੇਂ ਹੀ ਲੈ ਕੇ ਆਉਂਦੀ, ਮੇਰਾ ਜੀ ਲੱਗਾ ਰਹਿੰਦਾ ਵੀ ਜਦੋਂ ਹਾਣੀਆਂ ਨਾਲ ਆ ਕੇ ਮੇਰੇ ਘਰੇ ਖੇਡਦੇ ਰਹਿੰਦੇ ਆ, ਮੇਰੇ ਤਾਂ ਘਰ ਵਿੱਚ ਰੌਣਕ ਰਹਿੰਦੀ ਆ। ਹੁਣ ਤਾਂ ਮੇਰਾ ਘਰ ਸੁੰਨਾ ਹੋ ਜਾਏਗਾ ਜਦੋਂ ਬਹੁਤਾ ਪਿਆਰ ਵੇਖਿਆ ਮਹਾਰਾਜ ਸਾਹਿਬ ਨੇ ਮਾਈ ਦਾ। ਕਹਿਓ ਬਾਕ ਹੋਏ ਸ਼੍ਰੇਯ ਕਿਰਪਾਲਾ। ਮਹਾਰਾਜ ਕਹਿਣ ਲੱਗੇ ਮਾਤਾ ਜੀ ਹੁਣ ਤੁਹਾਨੂੰ ਦੁੱਖ ਝੱਲਣ ਦੀ ਲੋੜ ਨਹੀਂ, ਤੁਹਾਡੀ ਮੁਕਤੀ ਹੋ ਗਈ, ਜੰਮਣ ਮਰਨ ਦੇ ਦੁੱਖ ਕੱਟੇ ਜਾਣਗੇ। ਜਨਮ ਜਨਮ ਕੇ ਪਾਪ ਗਵੇ ਹੈ। ਜਨਮਾਂ ਜਨਮਾਂਤਰਾਂ ਜਿਹੜਾ ਕੋਈ ਪਾਪ ਕੀਤਾ ਜਾਣੇ ਅਣਜਾਣੇ ਚੋ ਵੀ ਸਾਰੇ ਨਾਸ ਹੋ ਜਾਣਗੇ। ਜਗ ਮਹਿ ਫੇਰ ਨਾ ਫੇਰਾ ਹੇ ਮਾਂ ਫੇਰ ਤੂੰ ਜਗਤ ਦੇ ਵਿੱਚ ਟੇਢੀਆਂ ਜੂਨਾਂ ਦਾ ਫੇਰਾ ਨਹੀਂ ਪਾਵੇਂਗੀ, ਭਾਵ ਤੈਨੂੰ ਫੇਰ ਜੂਨੀਆਂ ਵਿੱਚ ਨਹੀਂ ਆਉਣਾ ਪਵੇਗਾ। ਤਿਸ ਕੀ ਬੈਜੇ ਤਕ ਲਖ ਸ਼ੇਸ਼ੂ। ਜਿੰਨੀ ਕਿ ਇਹਦੀ ਮਾਤਾ ਦੀ ਉਮਰ ਬਾਕੀ ਰਹਿ ਗਈ ਸੀ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਭ ਜਾਣ ਕਰਕੇ ਦੀਨਸ ਘਰ ਤੇ ਦਰਬ ਵਿਸ਼ੇਸ਼ੂ। ਆਪਣੀ ਮਾਂ ਗੁਜਰੀ ਨੂੰ ਕਹਿ ਕਰਕੇ ਧਨ ਦਵਾਇਆ ਵੀ ਇੰਨੀ ਉਮਰ ਮਾਤਾ ਦੀ ਬਿਰਧ ਦੀ ਰਹਿ ਗਈ ਹੈ ਤੇ ਕਿੱਥੇ ਚਰਖਾ ਕੱਤਦੀ ਰਹੇਗੀ, ਇਹਨੂੰ ਇਹ ਵਰਤਣ ਵਾਸਤੇ ਇਹਨਾਂ ਧਨ ਦੇ ਦਿਓ। ਕਿਉਂਕਿ ਆਪਾਂ ਪਿੱਛੇ ਸਾਖੀ ਸੁਣ ਆਏ ਆ ਨਾ
ਜਦੋਂ ਮਾਤਾ ਦਾ ਇਹ ਸਭ ਖਲਾਰਾ ਜਿਹਾ ਘਰੇ ਪਾ ਕੇ ਮਹਾਰਾਜ ਭੱਜ ਆਉਂਦੇ ਸਨ ਤੇ ਉਹ ਲਾਮਾ ਲੈ ਕੇ ਮਾਤਾ ਗੁਜਰੀ ਜੀ ਕੋ ਆਉਂਦੀ। ਤੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਫਿਰ ਕਹਿ ਦਿੱਤਾ ਵੀ ਲਾਲ ਤੁਸੀਂ ਉਸ ਮਾਤਾ ਨੂੰ ਕਾਹਦੇ ਵਾਸਤੇ ਇੰਨਾ ਤੰਗ ਕਰਦੇ ਹੋ? ਤੇ ਮਹਾਰਾਜ ਕਹਿੰਦੇ ਸੀ ਵੀ ਮਾਂ ਮੈਂ ਉਹ ਬਿਰਧ ਮਾਤਾ ਨੂੰ ਤੰਗ ਨਹੀਂ ਕਰਦਾ, ਸਗੋਂ ਮੈਂ ਉਹਦਾ ਭਲਾ ਕਰਦਾ। ਕਹਿੰਦੇ ਉਹ ਕਿਵੇਂ? ਕਹਿੰਦੇ ਮੈਨੂੰ ਪਤਾ ਹੈ ਵੀ ਉਹ ਬਿਰਧ ਹੈ, ਪਰ ਉਹਨੂੰ ਆਪਣੀ ਰੋਟੀ ਜੋਗਾ ਕੰਮ ਕਰਨ ਦੇ ਲਈ ਚਰਖਾ ਕੱਤਣਾ ਪੈਂਦਾ, ਦਿਖਦਾ ਉਹਨੂੰ ਚੰਗੀ ਤਰ੍ਹਾਂ ਹੈ ਨਹੀਂ ਹੈ। ਤੇ ਇਸ ਕਰਕੇ ਅਸੀਂ ਸਾਰਾ ਖਲਾਰਾ ਜਿਹਾ ਪਾ ਦਿੰਦੇ ਹਾਂ, ਉਹ ਲਾਮਾ ਲੈ ਕੇ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਮਾਤਾ ਜੀ ਉਹਨੂੰ ਖੁੱਲੀ ਮਾਇਆ ਦੇ ਦਿੰਦੇ ਹੋ, ਉਸ ਬਿਰਧ ਦਾ ਫਿਰ ਕੰਮ ਸੌਖਾ ਚੱਲ ਜਾਂਦਾ। ਮੈਂ ਤਾਂ ਉਹਨੂੰ ਤੰਗ ਕਰਦਾ ਹਾਂ, ਤਾਂ ਉਹਦੇ ਖਲਾਰਾ ਪਾਉਣਾ। ਹੁਣ ਮਹਾਰਾਜ ਨੇ ਜਾਣਿਆ ਵੀ ਅਸੀਂ ਹੁਣ ਇਹਦਾ ਸੂਦ ਖਲਾਰਨਾ ਨਹੀਂ ਹੈ, ਚਰਖਾ ਕੱਤ ਜੀ ਨੂੰ ਤੰਗ ਨਹੀਂ ਕਰਨਾ। ਜਿੰਨੀ ਕੁ ਉਮਰ ਬਾਕੀ ਰਹੀ ਉਹਨਾਂ ਕੁ ਧਨ ਮਹਾਰਾਜ ਨੇ ਬਿਰਧ ਮਾਤਾ ਨੂੰ ਦਵਾ ਦਿੱਤਾ। ਔਰ ਹਰ ਖਾਏ ਆਸ਼ਿਖਾ ਦੇਤ। ਮਾਤਾ ਬਹੁਤ ਦਿਲ ਵਿੱਚ ਖੁਸ਼ ਹੋਈ ਤੇ ਅਸੀਸਾਂ ਦਿੰਦੀ ਹੈ ਵੀ ਮੇਰਾ ਗੋਬਿੰਦ ਰਾਏ ਪੁੱਤ ਜਿਉਂਦਾ ਰਹੇ, ਜਵਾਨੀਆਂ ਮਾਣੇ। ਲੋਕ ਪਰਲੋਕ ਭਾਏ ਸੁਖ ਲੇਤ। ਅਲੋਕ ਪਰਲੋਕ ਦੇ ਸਾਰੇ ਹੀ ਸੁਖ ਮਾਂ ਨੇ ਲੈ ਲਏ ਤੇ ਸਤਿਗੁਰਾਂ ਨੂੰ ਵੀ ਅਸੀਸਾਂ ਦਿੰਦੀ ਹੈ। ਅਪਰ ਨਿਕਟ ਜੇ ਪ੍ਰੇਮੀ ਮਹਾ। ਹੋਰ ਵੀ ਜਿਹੜੇ ਪ੍ਰੇਮ ਕਰਨ ਵਾਲੇ ਮਹਾਰਾਜ ਸਾਹਿਬ ਦੇ ਕੋਲ ਆਏ ਸਨ, ਇਹ ਕਈ ਥਾਵਾਂ ਦੇ ਖੋਲ ਕੇ ਲਿਖਿਆ ਵੀ ਉਹ ਰਾਣੀ ਮੈਣੀ ਤੇ ਰਾਜਾ ਮੈਣੀ ਉਹ ਵੀ ਮਹਾਰਾਜ ਸਾਹਿਬ ਕੋ ਆਏ। ਫਿਰ ਸ਼ਿਵਦੱਤ ਪੰਡਤ, ਰਹੀਮ ਬਖਸ਼, ਕਰੀਮ ਬਖਸ਼ ਜਿਨ੍ਹਾਂ ਦੇ ਬਾਗ ਵਿੱਚ ਮਹਾਰਾਜ ਸਾਹਿਬ ਉਤਰੇ ਸਨ ਤੇ ਪਾਤਸ਼ਾਹ ਖੇਡਦੇ ਹੁੰਦੇ ਸਨ ਬਾਲ ਅਵਸਥਾ ਵਿੱਚ ਜਾ ਕੇ। ਇਤਿਆਦਿਕ ਹੋਰ ਵੀ ਪਿਆਰ ਕਰਨ ਵਾਲੇ ਸਿੱਖ। ਇੱਥੋਂ ਤੀਕ ਇਤਿਹਾਸਕਾਰਾਂ ਲਿਖਿਆ ਏ ਵੀ ਮਾਨੋ ਵੀ ਸਾਰਾ ਪਟਨਾ ਹੀ ਉਮੜ ਕੇ ਮਹਾਰਾਜ ਸਾਹਿਬ ਜੀ ਨੂੰ ਤੋਰਨ ਵਾਸਤੇ ਆਇਆ ਤੇ ਇੰਨੇ ਦੁਖੀ ਨੇ ਵੀ ਸਾਡਾ ਬਸ ਕੋਈ ਨਹੀਂ ਚੱਲਦਾ, ਕਿਉਂਕਿ ਅੱਜ ਪਟਨੇ ਦੀ ਰੌਣਕ ਹੀ ਜਾ ਰਹੀ ਹੈ। ਵੀ ਇਹ ਇੱਦਾਂ ਹੋ ਗਿਆ ਵੀ ਜਿਵੇਂ ਅਸਮਾਨ ਦੇ ਵਿੱਚੋਂ ਚੰਦਰਮਾ ਚੜ੍ਹਨੋਂ ਹੀ ਹਟ ਜਾਵੇ ਤਾਂ ਰਾਤ ਦੇ ਸਮੇਂ ਜਿਹੜੀ ਰਾਤ ਹੈ ਉਹ ਕਿੰਨੀ ਉਹ ਬਦਸੂਰਤ ਹੋ ਜਾਏਗੀ। ਚੰਦਰਮਾ ਤੋਂ ਬਗੈਰ ਤਾਂ ਰਾਤ ਦਾ ਸਮਾਂ ਵੀ ਸੁਹਾਵਣਾ ਨਹੀਂ ਲੱਗਦਾ। ਇਹ ਤਾਂ ਮਾਨੋ ਵੀ ਪਟਨੇ ਦੇ ਵਿੱਚੋਂ ਚੰਦਰਮਾ ਹੀ ਗਾਇਬ ਹੋ ਰਿਹਾ ਹੈ, ਇਹ ਪਟਨੇ ਦੀ ਰੌਣਕ ਜਾ ਰਹੀ ਹੈ। ਇਸ ਤਰ੍ਹਾਂ ਕਰਕੇ ਬਹੁਤ ਵੈਰਾਗ ਕੀਤਾ ਸੰਗਤਾਂ ਨੇ। ਹੋਰ ਵੀ ਜਿਹੜੇ ਮਹਾਰਾਜ ਨਾਲ ਪ੍ਰੇਮ ਕਰਨ ਵਾਲੇ ਸਨ, ਰਹੀਮ ਬਖਸ਼, ਕਰੀਮ ਬਖਸ਼, ਰਾਣੀ ਮੈਣੀ, ਰਾਜਾ ਤੇ ਹੋਰ ਗੁਰਸਿੱਖ, ਹਰ ਕੋ ਦੀਏ ਸਮਾਜ ਤਿਨ ਤਹਾਂ। ਉਹ ਵੀ ਮਹਾਰਾਜ ਦੇ ਕੋਲ ਆਏ, ਸਤਿਗੁਰੂ ਸਾਨੂੰ ਵੀ ਕੋਈ ਨਿਸ਼ਾਨੀ ਦੇ ਦਿਓ। ਤੇ ਮਹਾਰਾਜ ਨੇ ਘਰ ਦੇ ਵਿੱਚ ਜਿੰਨਾ ਵੀ ਸਮਾਜ ਸੀ, ਕਿਸੇ ਨੂੰ ਭਾਂਡੇ, ਕਿਸੇ ਨੂੰ ਕੁਝ, ਸਾਰਾ ਕੁਝ ਹੀ ਪ੍ਰੇਮੀਆਂ ਨੂੰ ਨਿਸ਼ਾਨੀਆਂ ਦੇ ਦਿੱਤੀਆਂ। ਵਧਿਓ ਬਿਰਹਾ ਕੋ ਸੰਕਟ ਭਾਰੀ। ਤੇ ਵਧਿਓ ਬਿਰਹਾ ਕੋ, ਵਿਛੋੜੇ ਦਾ ਕਹਿੰਦੇ ਬਹੁਤਾ ਭਾਰੀ ਸੰਕਟ ਪ੍ਰੇਮ ਦੇ ਸਹਿਤ ਵੱਧ ਆਇਆ ਸੰਗਤਾਂ ਅੰਦਰ। ਮਿਲ ਸਮੂਹ ਆਏ ਨਰ ਨਾਰੀ। ਸਮੂਹ ਕੀ ਨਰ, ਕੀ ਨਾਰੀਆਂ, ਕੀ ਬਿਰਧ, ਕੀ ਜਵਾਨ, ਕੀ ਬੱਚੇ, ਸਾਰੇ ਮਿਲ ਕੇ ਮਹਾਰਾਜ ਸਾਹਿਬ ਨੂੰ ਮਿਲਣ ਆਏ ਹਨ। ਬਨ ਮਹਿ ਰਾਮ ਚੰਦ ਜਿਮ ਜਾਤੇ। ਕਹਿੰਦੇ ਜਿਵੇਂ ਜਦੋਂ ਰਾਮ ਚੰਦਰ ਜੀ ਬਨਵਾਸ ਚੱਲੇ ਸਨ 14 ਵਰਿਆਂ ਦੇ ਲਈ, ਲੋਕ ਅਯੁੱਧਿਆ ਕੇ ਜਿਸ ਭਾਤੇ। ਤੇ ਉਸ ਵੇਲੇ ਅਯੁੱਧਿਆਪੁਰੀ ਦੇ ਲੋਕ ਸਾਰੇ ਹੀ ਜਿਵੇਂ ਇਕੱਠੇ ਹੋ ਕੇ ਆ ਗਏ ਸਨ। ਕਿਸ ਕਿਸ ਕੀ ਬਿਰਥਾ ਅਬ ਲਿਖੀ ਐਵੇਂ ਹੈ। ਸਾਰਾ ਪਟਨਾ ਹੀ ਇਕੱਠਾ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੁਰਨ ਸਮੇਂ ਆਇਆ। ਕਵੀ ਜੀ ਕਹਿੰਦੇ ਕਿਹਦੀ ਬਿਰਥਾ ਸਾਖੀ ਮੈਂ ਕਹਿ ਕੇ ਦੱਸਾਂ, ਸਾਰੇ ਹੀ ਬੜੇ ਦੁਖੀ ਹਨ। ਮਹਾ ਪ੍ਰੇਮ ਤੇ ਦੁਖ ਬਹੁ ਲਖੀ ਹੈ। ਉਹ ਦੁੱਖ ਦਾ ਕਾਰਨ ਹੈ ਮਹਾਰਾਜ ਸਾਹਿਬ ਦਾ ਪ੍ਰੇਮ, ਗੁਰਾਂ ਦੇ ਬਾਲ ਸਰੂਪ ਦੇ ਦਰਸ਼ਨ, ਗੁਰਾਂ ਦੀਆਂ ਜੋ ਖੇਡਾਂ ਵੇਂਦੇ ਰਹੇ ਆ, ਉਹ ਦੁਖੀ ਹਨ ਵੀ ਹੁਣ ਅਸੀਂ ਕੀ ਕਰਿਆ ਕਰਾਂਗੇ। ਕਿਉਂਕਿ ਮਹਾਰਾਜ ਜਦੋਂ ਗੰਗਾ ਤੇ ਜਾਂਦੇ ਸਨ ਤੇ ਉੱਥੇ ਕਈ ਕਮੰਡਲ ਭਰ ਕੇ ਪਾਣੀ ਦੇ ਰੱਖ ਕੇ ਤੇ ਸਮਾਧੀਆਂ ਲਾ ਕੇ ਬੈਠ ਜਾਂਦੇ ਹੁੰਦੇ ਸਨ। ਤੇ ਮਹਾਰਾਜ ਨੇ ਜਾਣਾ ਤੇ ਪੈਰ ਮਾਰ ਕੇ ਸਾਰਿਆਂ ਦੇ ਪਾਣੀ ਰੋੜ ਦੇਣੇ ਤੇ ਉਹਨਾਂ ਨੇ ਖੁਸ਼ ਹੋਣਾ ਵੀ ਮਹਾਰਾਜ ਸਾਹਿਬ ਜੀ ਸਾਡੇ ਨਾਲ ਇਹੋ ਜਿਹੀਆਂ ਖੇਡਾਂ ਕਰਦੇ, ਜਿਵੇਂ ਜਣਾ ਰਹੇ ਸੀ ਵੀ ਆ ਗੰਗਾ ਦੇ ਪਾਣੀ ਦੀ ਨਹੀਂ ਤੁਹਾਨੂੰ ਲੋੜ, ਤੁਹਾਨੂੰ ਤਾਂ ਅਸੀਂ ਅੰਮ੍ਰਿਤ ਦੇਵਾਂਗੇ। ਉਹ ਸਾਰੇ ਹੀ ਲੋਕ ਹੁਣ ਦੁਖੀ ਹਨ ਮਹਾਰਾਜ ਦੇ ਵਿਛੜਨ ਕਰਕੇ। ਕੋਈ ਇਹ ਜਾਣਦਾ ਵੀ ਸਾਨੂੰ ਸਮਾਧੀ 'ਚ ਬੈਠਿਆਂ ਨੂੰ ਕੌਣ ਆ ਕੇ ਉਠਾਵੇਗਾ, ਸਾਡੇ ਕਮੰਡਲ ਕੌਣ ਰੋੜਿਆ ਕਰੇਗਾ, ਸਾਡੇ ਘਰ ਵਿੱਚ ਰਾਣੀ ਮੈਣੀ ਕਹਿੰਦੀ ਪੂੜੀਆਂ ਆ ਕੇ ਕੌਣ ਮੰਗਿਆ ਕਰੇਗਾ ਵੀ ਮਾਂ ਪੂੜੀਆਂ ਬਣਾ ਕੇ ਦੇ। ਮਾਂ ਹੀ ਕਹਿੰਦੇ ਸਨ ਉਹਨੂੰ, ਰਾਣੀ ਮੈਣੀ ਨੂੰ, ਮਹਾਰਾਜ ਆ ਕੇ ਉਹਦੀ ਗੋਦ 'ਚ ਬਹਿ ਜਾਣਾ ਤੇ ਕਹਿਣਾ ਮਾਂ ਭੁੱਖ ਬੜੀ ਲੱਗੀ ਹੈ, ਕੁਝ ਖਾਣ ਨੂੰ ਦੇ।
ਉਹ ਪੂੜੀਆਂ ਬਣਾ ਬਣਾ ਕੇ, ਘੁੰਗਣੀਆਂ ਬਣਾ ਬਣਾ ਕੇ ਉਹਨੇ ਦੇਣੀਆਂ, ਹਾਣੀਆਂ ਨੂੰ ਲੈ ਜਾਣਾ, ਉੱਥੇ ਛਕਦੇ ਛਕਾਉਂਦੇ ਰਹਿਣਾ। ਵੇਖੋ ਜਿਨ੍ਹਾਂ ਨਾਲ ਐਸਾ ਮਹਾਰਾਜ ਦਾ ਪਿਆਰ ਹੋਵੇ ਤਾਂ ਆਪਾਂ ਇੱਕ ਸਾਖੀ ਕਹਿ ਰਹੇ ਆ ਨਾ, ਜਿਨ੍ਹਾਂ ਨਾਲ ਅਸਲੀਅਤ ਹੋਈ ਹੋਊਗੀ ਸਾਧ ਸੰਗਤ, ਕਿੰਨਾ ਵੈਰਾਗ, ਕਿੰਨਾ ਦੁੱਖ ਹੋਇਆ ਹੋਏਗਾ ਮਹਾਰਾਜ ਸਾਹਿਬ ਦੇ ਵਿਸ਼ਰਨ ਕਰਕੇ। ਸੰਗਤ ਬੜੀ ਕਹਾਵੇ ਜਹਾਂ, ਜਿੱਥੇ ਵੱਡੀ ਸਿੱਖ ਸੰਗਤ ਗੁਰਦੁਆਰਾ ਭਾਵ ਕੇ ਗਊ ਘਾਟ ਕਹਾਇਆ ਜਾਂਦਾ ਏ। ਚੜ ਕਰ ਗਮਨੇ ਸਤਿਗੁਰ ਇਹ ਤਹਾਂ, ਮਿਲ ਮਿਲਾ ਕੇ ਸਾਰਿਆਂ ਨੂੰ ਮਹਾਰਾਜ ਚੜ ਕੇ ਉਸ ਪਾਸੇ ਨੂੰ ਚੱਲ ਪਏ। ਸੰਗ ਹਜ਼ਾरों ਹੈ ਨਰ ਨਾਲ ਨਾਰੀ, ਹੀ ਸਹਿਜੇ ਸਹਿਜੇ ਮਹਾਰਾਜ ਜਾ ਰਹੇ ਨੇ ਤੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਨਰ ਨਾਰੀ ਸਿੱਖ ਸੰਗਤਾਂ ਜਾ ਰਹੀਆਂ ਨੇ। ਬ੍ਰਿਹਤੇ ਪ੍ਰਾਪਤ ਸੰਕਟ ਭਾਰੀ, ਮਹਾਰਾਜ ਦੇ ਵਿਛੜਨੇ ਕਰਕੇ ਬੜਾ ਭਾਰੀ ਦੁੱਖ ਮੰਨ ਰਹੇ ਹਨ। ਚੜੀ ਨਾਨਕੀ ਸਿਆੰਦਨ ਮਾਹੀ, ਮਾਤਾ ਨਾਨਕੀ ਜੀ ਵੀ ਰਥ ਵਿੱਚ ਅਸਵਾਰ ਹੋ ਗਏ। ਗੁਜਰੀ ਡੋਰੇ ਡੋਰੇ ਚੜ ਚੜ ਮਾਤਾ ਗੁਜਰੀ ਜੀ ਡੋਲੇ ਦੇ ਵਿੱਚ ਅਸਵਾਰ ਹੋ ਕੇ ਚੱਲ ਪਏ। ਵੇਚ ਪਾਲਕੀ ਆਪ ਗੁਰੂ ਸੁਹਾਈ, ਗੋਬਿੰਦ ਸਿੰਘ ਮਹਾਰਾਜ ਸੋਹਣੀ ਪਾਲਕੀ 'ਚ ਸਵਾਰ ਹੋਏ ਨੇ। ਵੇਤ ਚਲੇ ਦਰਸ਼ਨ ਸਮੁਦਾਇ, ਸਹਿਜੇ ਸਹਿਜੇ ਸਮੂਹ ਪਟਨਾ ਦੀਆਂ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ ਜਾ ਰਹੇ ਹਨ। ਕੇਤਕ ਅਸਵਾਰੀ ਪਰ ਆਵਤ, ਕਈ ਤਾਂ ਪਟਨੇ ਦੇ ਜਿਹੜੇ ਕੋਈ ਉਮਰ 'ਚ ਵੱਡੇ ਆ, ਉਹ ਆਪਣੀਆਂ ਅਸਵਾਰੀਆਂ ਲੈ ਕੇ ਮਹਾਰਾਜ ਦੇ ਮਗਰ ਮਗਰ ਹੀ ਨਾਲ ਹੀ ਆ ਰਹੇ ਨੇ। ਦਰਸ਼ਨ ਏਕ ਰਾਤ ਸੁਖ ਪਾਵਤ, ਤੇ ਕਈ ਪੈਦਲ ਆ ਰਹੇ ਨੇ ਤੇ ਆਪਸ ਵਿੱਚ ਕਹਿੰਦੇ ਨੇ ਵੀ ਅੱਜ ਇੱਕ ਰਾਤ ਹੋਰ ਮਹਾਰਾਜ ਦੇ ਦਰਸ਼ਨ ਕਰਕੇ ਸੁਖ ਪਾਵਾਂਗੇ ਆਪਾਂ ਗਊ ਘਾਟ ਵਾਲੇ ਸਥਾਨ ਤੇ। ਗਮਨੇ ਸੰਗ ਜੋ ਪਗ ਪਗ ਮਾਹੀ, ਇਸ ਤਰ੍ਹਾਂ ਕੋਈ ਅਸਵਾਰ ਹੋ ਕੇ ਆ ਰਿਹਾ ਹੈ, ਕੋਈ ਪੈਰਾਂ ਦੇ ਨਾਲ ਕਦਮ ਮਿਲਾ ਕੇ ਤੁਰਿਆ ਆ ਰਿਹਾ ਹੈ। ਅਨਕ ਤੀਰਥਨ ਕੇ ਫਲ ਪਾਣੀ, ਇਹੋ ਕਹਿੰਦੇ ਆ ਵੀ ਜਿਹੜਾ ਵੀ ਅਸੀਂ ਇੱਕ ਇੱਕ ਕਦਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਚੱਲ ਕੇ ਜਾ ਰਹੇ ਆ, ਇਹ ਸਾਨੂੰ ਇੱਕ ਇੱਕ ਕਦਮ ਜਿਹੜਾ ਹੈ ਇਹ ਤੀਰਥ ਦੀ ਯਾਤਰਾ ਕਰਨ ਦੇ ਬਰਾਬਰ ਫਲ ਮਿਲੇਗਾ। ਦੁਰਲਭ ਦਰਸ਼ਨ ਕਰਹਿ ਨੀਕੇ, ਮਹਾਰਾਜ ਸਾਹਿਬ ਜੀ ਦੇ ਦੁਰਲਭ ਦਰਸ਼ਨ ਨੇ। ਫੇਰ ਕੀ ਪਤਾ ਹੈ ਵੀ ਦਰਸ਼ਨ ਹੋਣੇ ਨੇ ਮਹਾਰਾਜ ਦੇ, ਚੰਗੀ ਤਰ੍ਹਾਂ ਅੱਜ ਕਹਿੰਦੇ ਆਪਾਂ ਦਰਸ਼ਨ ਕਰਨੇ ਹਨ। ਜੋ ਗੁਰਪੁਰਹਿ ਮਨੋਰਥ ਹੀ ਕੇ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੇਵਕਾਂ ਦੇ ਦਿਲ ਦੇ ਮਨੋਰਥ ਪੂਰੇ ਕਰਦੇ ਨੇ। ਪਰਿਉ ਬਹੀਰ ਗੁਰੂ ਕੇ ਪਾਛੈ, ਇਸ ਤਰ੍ਹਾਂ ਮਹਾਰਾਜ ਦੇ ਮਗਰ ਵਹੀਰ ਹੀ ਪੈ ਗਿਆ। ਭਾਵ ਹੁੰਦਾ ਬਹੁਤ ਲੰਮੀ ਲਾਈਨ ਕਤਾਰ ਲੱਗ ਗਈ ਹੈ। ਕੋਈ ਅਸਵਾਰ ਹੋ ਕੇ ਕਿਸੇ ਤੇ ਜਾ ਰਿਹਾ ਹੈ, ਕੋਈ ਪੈਦਲ ਹੀ ਤੁਰਿਆ ਜਾ ਰਿਹਾ, ਅੱਗੇ ਅੱਗੇ ਮਹਾਰਾਜ ਦੀ ਪਾਲਕੀ ਜਾ ਰਹੀ ਹੈ। ਕੇਤਕ ਆਏ ਕਾਮਨਾ ਬੰਛ, ਤੇ ਕਈ ਆਉਂਦੇ ਨੇ ਤੇ ਕਾਮਨਾ ਜੋ ਭਾਵਨਾ ਦਿਲ ਦੀ ਆ ਉਹ ਚਾਹੁੰਦੇ ਹਨ ਵੀ ਚੱਲੇ ਨੇ ਹੁਣ ਸਾਡੀ ਇਹੀ ਇੱਛਾ ਪੂਰੀ ਕਰ ਜਾਣ। ਮ੍ਰਿਦ ਬਾਕਨ ਸੋ ਦੇ ਦੇ ਤੇ ਧੀਰ, ਮਹਾਰਾਜ ਸਾਰਿਆਂ ਨੂੰ ਬੜੇ ਮਿਠਾਸ ਦੇ ਬਚਨ ਕਹਿ ਕਹਿ ਕੇ ਧੀਰਜ ਦਿੰਦੇ ਹਨ। ਮਾਰਗ ਚਲੇ ਗੁਰੂ ਨਰ ਭੀਰ, ਗੁਰੂ ਸਾਹਿਬ ਜੀ ਦੇ ਨਾਲ ਬਹੁਤ ਮਨੁੱਖਾਂ ਦੀ ਰਸਤੇ ਵਿੱਚ ਭੀੜ ਚੱਲ ਰਹੀ ਹੈ। ਸੰਗਤ ਬੜੀ ਆਏ ਕੀਏ ਡੇਰਾ, ਜਿੱਥੇ ਵੱਡੀ ਸਿੱਖ ਸੰਗਤ ਗੁਰਦੁਆਰਾ ਹੈ ਭਾਵ ਕਿ ਗਊ ਘਾਟ ਵਾਲੇ ਸਥਾਨ ਤੇ ਆ ਕੇ ਪਹਿਲਾ ਡੇਰਾ ਪੜਾ ਕੀਤਾ। ਉਤਰ ਪਰੇ ਸਗਰੇ ਤੇ ਸਬੇਰਾ, ਮਹਾਰਾਜ ਦੇ ਸਮੇਤ ਸਾਰੇ ਹੀ ਉੱਥੇ ਉਤਰ ਪਏ ਹਨ। ਦੋਹਰਾ ਸਾਂਝ ਭਈ ਜਬ ਲੋ ਤਹਾਂ, ਜਿੰਨਾ ਚਿਰ ਤੀਕਰ ਪਿਛਲਾ ਪੈਰ ਸੂਰਜ ਛਿਪਣ ਦਾ ਸਮਾਂ ਹੋਇਆ ਹੈ, ਆਵਤ ਗਨ ਨਰ ਨਾਰ, ਉਹਨੇ ਸਮੇਂ ਤੀਕਰ ਬਹੁਤ ਹੀ ਮਾਈ ਭਾਈ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਪਟਨੇ ਵਿੱਚੋਂ ਚੱਲ ਚੱਲ ਕੇ ਆ ਰਹੇ ਨੇ। ਕੋਈ ਪਹਿਲਾਂ ਗੁਰਾਂ ਦੇ ਨਾਲ ਹੀ ਆ ਗਏ ਨੇ, ਕੋਈ ਸਹਿਜੇ ਸਹਿਜੇ ਚੱਲਦੇ ਹੋਏ, ਕੋਈ ਘਰ ਦੇ ਕੰਮ ਸੰਭਾਲ ਕੇ ਵੀ ਹੁਣ ਅੱਜ ਰਾਤ ਗੁਰਾਂ ਦੇ ਕੋਲ ਉੱਥੇ ਹੀ ਰਹਾਂਗੇ। ਇਵੇਂ ਘਰ ਦੇ ਕੰਮ ਸੰਭਾਲ ਕੇ ਮੁਕਾ ਕੇ ਤੇ ਸਤਿਗੁਰੂ ਸਾਹਿਬ ਜੀ ਕੋਲ ਆ ਗਏ। ਇਵੇਂ ਵਾਰੀ ਵਾਰੀ ਅੱਗੜ ਪਿਛੜ ਕਰਦਿਆਂ ਹਨੇਰਾ ਹੋਣ ਤੀਕਰ ਸੰਗਤ ਆਉਂਦੀ ਰਹੀ। ਗਨੀ ਗਰੀਬ ਸੋ ਪ੍ਰੇਮ ਮਨ, ਕੀ ਅਮੀਰ ਕੀ ਗਰੀਬ ਸਾਰਿਆਂ ਦੇ ਮਨ ਵਿੱਚ ਗੁਰਾਂ ਦਾ ਬੜਾ ਪਿਆਰ ਹੈ। ਮਿਲੇ ਭਾਉ ਕੋ ਧਾਰ, ਤੇ ਸਾਰੇ ਬੜਾ ਪ੍ਰੇਮ ਧਾਰ ਕੇ ਗੁਰੂ ਸਾਹਿਬ ਜੀ ਨੂੰ ਮਿਲਦੇ ਹਨ। ਚੌਪਈ ਤਹਿ ਕੀ ਸੰਗਤ ਸੇਵਾ ਠਾਨੀ, ਜਿਹੜੀ ਗਊ ਘਾਟ ਵਾਲੇ ਸਥਾਨ ਦੇ ਨੇੜੇ ਨੇੜੇ ਸੰਗਤ ਵਸਦੀ ਸੀ, ਉਹਨਾਂ ਵੀ ਬੜੀ ਸੇਵਾ ਕੀਤੀ ਮਹਾਰਾਜ ਦੀ। ਅਚਮਨ ਹੇਤ ਸਮਿਗਰੀ ਆਨੀ, ਮਹਾਰਾਜ ਤੇ ਆਈਆਂ ਸੰਗਤਾਂ ਦੇ ਛਕਣ ਦੀ ਭੋਜਨ ਤਿਆਰ ਕਰਨ ਲਈ ਬਹੁਤ ਸਮੱਗਰੀਆਂ ਲੈ ਆਂਦੀਆਂ। ਚਾਵਰ ਚੂਨਦਾਰ ਕ੍ਰਿਤ ਘਨੇ, ਕਈ ਤਰ੍ਹਾਂ ਦੇ ਚੌਲ, ਆਟਾ, ਦਾਲ ਤੇ ਦੇਸੀ ਘਿਓ ਦੇ ਘੜੇ ਭਰ ਕੇ ਲੈ ਆਏ। ਆਨਤ ਧਰੇ ਚਾਵ ਚੌ ਗੁਨੇ, 4 ਗੁਣਾ ਚਾਹ ਦੇ ਨਾਲ
ਨਾਲ ਮਹਾਰਾਜ ਸਾਹਿਬ ਜੀ ਦੇ ਲਈ ਇਹ ਵਸਤੂਆਂ ਲਿਆ ਕਰਕੇ ਰੱਖੀਆਂ ਹਨ। ਸਤਿਗੁਰ ਉਤਰੇ ਮਾਤਨ ਸਾਥ। ਮਨ ਵਿੱਚ ਇਹ ਭਾਵਨਾ ਹੈ ਵੀ ਸਾਨੂੰ ਗੁਰਾਂ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਇਵੇਂ ਸਤਿਗੁਰੂ ਆਪਣੀਆਂ ਮਤਾਵਾਂ ਦੇ ਨਾਲ ਦਾਦੀ ਜੀ ਤੇ ਮਾਂ ਗੁਜਰੀ ਦੇ ਸਮੇਤ ਉਤਰ ਆਏ ਕਦਾਚਿਤ ਪੁਨ ਕਬ ਨਾਥ। ਤੇ ਕਹਿੰਦੇ ਵੀ ਆਪਾਂ ਅੱਜ ਸੇਵਾ ਕਰ ਲਈਏ ਸਤਿਗੁਰਾਂ ਦੀ, ਮਾਤਾ ਨਾਨਕੀ ਦੀ, ਮਾਤਾ ਗੁਜਰੀ ਜੀ ਦੀ। ਅੱਜ ਸਾਡੇ ਕੋਲ ਕਹਿੰਦੇ ਮੌਕਾ ਹੈ ਗੁਰੂ ਸਾਹਿਬ ਤੇ ਮਤਾਵਾਂ ਦੀ ਸੇਵਾ ਕਰਨ ਦਾ, ਕਿਉਂਕਿ ਇਸ ਤੋਂ ਬਾਅਦ ਆਏ ਕਦਾਚਿਤ ਪੁਨ ਕਬ ਨਾਥ। ਕੀ ਪਤਾ ਮਾਲਕ ਆਉਣਗੇ ਜਾਂ ਕਦੀ ਫੇਰ ਇੱਥੇ ਗੁਰੂ ਸਾਹਿਬ ਆਉਣਗੇ ਹੀ ਨਹੀਂ। ਬੜੇ ਧਨੀ ਸਿੱਖ ਚੱਲ ਕਰ ਆਏ। ਜਿਹੜੇ ਬੜੇ ਬੜੇ ਧਨਵਾਨ ਸਿੱਖ ਸਨ ਉਹ ਵੀ ਚੱਲ ਕੇ ਆਏ ਹਨ। ਚਾਹਿਓ ਸਭਨ ਕੋ ਦੈਂ ਤ੍ਰਿਪਤਾਏ। ਉਹ ਚਾਹੁੰਦੇ ਨੇ ਵੀ ਬਹੁਤ ਮਾਇਆ ਖਰਚ ਕੇ ਸਭ ਸੰਗਤਾਂ ਨੂੰ ਤ੍ਰਿਪਤ ਕਰ ਦਈਏ, ਐਸੇ ਲੰਗਰ ਪ੍ਰਸ਼ਾਦੇ ਵਰਤਣ। ਸੋ ਜਸ ਨਗਰ ਮਹਿ ਵਧੇ ਹਮਾਰੇ। ਕਈਆਂ ਸਿੱਖਾਂ ਦੇ ਮਨ ਦੀ ਭਾਵਨਾ ਵੀ ਸੇਵਾ ਕਰਾਂਗੇ ਤਾਂ ਨਗਰ 'ਚ ਸਾਡਾ ਜਸ ਹੋਏਗਾ, ਕਿਉਂਕਿ ਸੇਵਾ ਕਰਨ ਵਾਲਿਆਂ ਨੂੰ ਸਾਰਾ ਚੰਗਾ ਕਹਿੰਦੇ ਹਨ। ਇਤਾ ਦੇਖ ਗੁਣ ਬਹੁਤ ਵਿਚਾਰੇ। ਇਹ ਤੇ ਆਦਿਕ ਸੇਵਾ ਕਰਨ 'ਚ ਬੜੇ ਗੁਣ ਵਿਚਾਰਦੇ ਨੇ ਵੀ ਸੇਵਾ ਕਰਨ ਨਾਲ ਵਡਿਆਈ ਵੀ ਹੋਵੇਗੀ, ਸੇਵਾ ਕਰਨ ਨਾਲ ਸਾਡੀ ਕਮਾਈ 'ਚ ਬਰਕਤ ਪਵੇਗੀ, ਸੇਵਾ ਕਰਕੇ ਗੁਰੂ ਦੀ ਖੁਸ਼ੀ ਮਿਲੇਗੀ। ਸੇਵਾ ਸਰਬ ਧਰਮ ਤੇ ਆਦ। ਸਰਬ ਪ੍ਰਕਾਰ ਦੇ ਨਾਲ ਧਨ ਆਦਿਕ ਤੋਂ ਲੈ ਕੇ ਜੋ ਵੀ ਵਸਤੂਆਂ ਲਿਆਉਣੀਆਂ ਹਰ ਤਰ੍ਹਾਂ ਦੀ ਸੇਵਾ ਕਰਦੇ ਨੇ। ਅਰਪ ਬਿਲੋਕੇ ਗੁਰ ਅਹਲਾਦ। ਫਿਰ ਸੇਵਾ ਕਰਦੇ ਆ ਬਹੁਤਾ ਧਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਪਣ ਕੀਤਾ ਹੈ। ਅਨੇਕ ਪ੍ਰਕਾਰਨ ਕੇ ਉਪਹਾਰ। ਅਨੇਕਾਂ ਤਰ੍ਹਾਂ ਦੀਆਂ ਕੀਮਤੀ ਭੇਟਾਵਾਂ ਮਹਾਰਾਜ ਸਾਹਿਬ ਜੀ ਲਈ ਲੈ ਕੇ ਆਏ ਨੇ। ਲਗੇ ਗੁਰੂ ਕੇ ਅਗਰ ਅੰਬਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਗਊ ਘਾਟ ਵਾਲੇ ਸਥਾਨ ਤੇ ਢੇਰ ਹੀ ਲੱਗ ਗਏ ਵੱਡੇ ਵੱਡੇ ਭੇਟਾਵਾਂ ਦੇ। ਆਏ ਤਿਹਾਵਲ ਅਰ ਪਕਵਾਨ। ਆਕੜਾ ਪ੍ਰਸ਼ਾਦ ਬਹੁਤ ਆ ਰਿਹਾ ਹੈ, ਹੋਰ ਪਕਵਾਨ ਮਠਿਆਈਆਂ ਆ ਰਹੀਆਂ ਨੇ ਗੁਰੂ ਦਰਬਾਰ ਵਿੱਚ। ਬੰਟਹਿ ਦੇ ਸਭ ਸਿੱਖਨ ਪਾਨ। ਤੇ ਜਿਹੜੀ ਵੀ ਕੜਾਹ ਪ੍ਰਸ਼ਾਦ ਦੀ ਤਾਂ ਹੋਰ ਮਠਿਆਈਆਂ ਦੀ ਰਸਤ ਆਉਂਦੀ ਆ, ਵਸਤੂਆਂ ਆਉਂਦੀਆਂ, ਕਿਉਂਕਿ ਸਿੱਖ ਘਰਾਂ 'ਚ ਹੀ ਬਣਾ ਕੇ ਪ੍ਰਸ਼ਾਦ ਲਿਆਉਂਦੇ ਹੁੰਦੇ ਸਨ। ਤੇ ਕੜਾਹ ਪ੍ਰਸ਼ਾਦ ਬਣਾ ਕੋਈ ਕਿਲੋ, ਕੋਈ ਸਵਾ ਕਿਲੋ, ਕੋਈ 2 ਕਿਲੋ, ਜਿੰਨਾ ਕਿਸੇ ਦਾ ਬਲ ਪੈਂਦਾ। ਤੇ ਕੋਈ ਮਠਿਆਈ 2 ਕਿਲੋ, ਕੋਈ 5 ਕਿਲੋ ਸਾਹਿਬਾਂ ਨੂੰ ਅਰਪਣ ਕਰ ਰਹੇ ਨੇ। ਤੇ ਜਿਉਂ-ਜਿਉਂ ਵਸਤੂਆਂ ਆਉਂਦੀਆਂ ਨੇ ਸਾਰੀਆਂ ਮਹਾਰਾਜ ਵਰਤਾਈ ਜਾ ਰਹੇ ਹਨ। ਫੇਰ ਅਦਕ ਕੁਛ ਵਾਰ ਨਾ ਪਾਰਾ। ਕਹਿੰਦੇ ਬਹੁਤ ਹੀ ਗਊ ਘਾਟ ਵਾਲੇ ਸਥਾਨ ਤੇ ਸੰਗਤ ਦੀ ਭੀੜ ਹੋ ਗਈ, ਵਾਰਾ ਪਾਰ ਹੀ ਨਹੀਂ ਹੈ ਵੀ ਦੱਸ ਹੀ ਨਹੀਂ ਸਕਦੇ ਵੀ ਕਿੰਨੇ ਹੋਣਗੇ। ਬਹੁ ਕੋਸਨ ਲੋ ਨਗਰ ਉਦਾਰ। ਇਹ ਬਸ ਅੰਦਾਜ਼ਾ ਲਾ ਲਓ ਵੀ ਕਈ ਕੋਹਾਂ ਤੀਕਰ ਸਾਰਾ ਪਟਨਾ ਸ਼ਹਿਰ ਵਸਦਾ ਹੈ। ਸਿੱਖ ਹਜ਼ਾਰਨ ਕੇ ਘਰ ਤਾਂ। ਤੇ ਹਜ਼ਾਰਾਂ ਸਿੱਖਾਂ ਦੇ ਘਰ ਉਸ ਪਟਨੇ ਦੇ ਵਿੱਚ ਹਨ ਜਿਹੜੇ ਮਹਾਰਾਜ ਨੂੰ ਮੰਨਦੇ ਨੇ। ਸੁਣ ਗੁਰ ਗਮਨ ਆਏ ਜਹ ਕਹਾ। ਜਦੋਂ ਗੁਰਾਂ ਦਾ ਜਾਣਾ ਸੁਣਿਆ, ਜਿੱਥੋਂ ਕਿੱਥੋਂ ਵੀ ਸਾਰੇ ਹੀ ਚੱਲ ਕੇ ਗਊ ਘਾਟ ਆ ਗਏ ਵੀ ਚਲੋ ਦਰਸ਼ਨ ਕਰ ਲਈਏ, ਅੱਜ ਦੀ ਰਾਤ ਸੇਵਾ ਕਰ ਲਈਏ। ਬਿਨੈ ਬਖਾਨੇ ਅਨੇਕ ਪ੍ਰਕਾਰ। ਅਨੇਕਾਂ ਤਰ੍ਹਾਂ ਗੁਰਸਿੱਖ ਬੇਨਤੀਆਂ ਕਰਦੇ ਹਨ ਮਹਾਰਾਜ ਸਾਹਿਬ ਨੂੰ। ਪ੍ਰਭ ਜੀ ਹਮਕੋ ਚਲੇ ਵਿਸਾਰ। ਕਹਿੰਦੇ ਹੈ ਮਹਾਰਾਜ ਸਾਡੇ ਕੋ ਕੀ ਭੁੱਲ ਹੋ ਗਈ, ਸਾਨੂੰ ਤਾਂ ਭੁਲਾਈ ਚੱਲੇ, ਆਪ ਛਾੜੀ ਚੱਲੇ ਹੋ। ਪੁਰਹਿ ਮਨੋਰਥ ਕਰ ਅਰਦਾਸ। ਆਪ ਜੀ ਦੇ ਅੱਗੇ ਅਰਦਾਸਾਂ ਕਰ ਕਰਕੇ ਕੋਈ ਕਾਰ ਜੜਦਾ ਸੀ ਤੇ ਪੂਰਾ ਕਰ ਲੈਂਦੇ ਸਾਂ ਮਨ ਦਾ ਮਨੋਰਥ। ਅਬ ਹਮ ਜਾਏ ਕੌਣ ਕੇ ਪਾਸ। ਹੁਣ ਮਹਾਰਾਜ ਕਿਹਦੇ ਕੋਲ ਜਾਇਆ ਕਰਾਂਗੇ, ਕਿਹਦੇ ਦਰ ਦਾ ਆਸਰਾ ਤੱਕਾਂਗੇ, ਤੁਸੀਂ ਤਾਂ ਚੱਲੇ ਹੁਣ। ਸੁਆਮੀ ਨਿਕਟ ਚਹਤ ਲੈ ਜਾਚਾ। ਜਦੋਂ ਮਹਾਰਾਜ ਤੁਸੀਂ ਮਾਲਕ ਸਾਡੇ ਕੋਲ ਸੀ, ਅਸੀਂ ਜੋ ਚਾਹੁੰਦੇ ਸੀ ਮੰਗ ਲੈਂਦੇ ਸਾਂ ਬੇਨਤੀ ਕਰਕੇ। ਹੋਏ ਦੂਰ ਕਿਆ ਕਰਹਿ ਉਬਾਚਾ। ਜਦੋਂ ਤੁਸੀਂ ਦੂਰ ਹੀ ਚਲੇ ਗਏ ਤੇ ਫੇਰ ਅਸੀਂ ਕੀ ਕਹਾਂਗੇ, ਕੀ ਮਹਾਰਾਜ ਬੋਲ ਸਕਾਂਗੇ। ਸਤਿਗੁਰ ਕਹਿਓ ਜਨਮ ਇਸ ਥਾਨ। ਮਹਾਰਾਜ ਕਹਿੰਦੇ ਵੀ ਹੌਸਲਾ ਰੱਖੋ, ਸਾਡਾ ਜਨਮ ਹੀ ਇਸ ਸਥਾਨ ਤੇ ਹੋਇਆ ਹੈ। ਕਰੋ ਬੇਨਤੀ ਤਹਾਂ ਬਖਾਨ। ਜੋ ਸਾਡੇ ਕੋਲ ਆ ਕੇ ਕਹਿੰਦੇ ਸੀ ਸਾਡੇ ਅਵਤਾਰ ਸਥਾਨ ਤੇ ਜਿੱਥੇ ਅਸੀਂ ਪ੍ਰਗਟ ਹੋਏ ਆ, ਉੱਥੇ ਜਾ ਕੇ ਮਹਾਰਾਜ ਕਹਿੰਦੇ ਬੇਨਤੀ ਕਰੋ, ਉੱਥੇ ਧਰਮਸ਼ਾਲਾ ਕਾਇਮ ਕਰ ਦਿਓ। ਸਰਬ ਕਾਮਨਾ ਮਨ ਕੀ ਪੂਰਾ। ਜੋ ਵੀ ਤੁਹਾਡੇ ਮਨ ਦੀ ਕਾਮਨਾ ਹੋਵੇਗੀ ਸਾਡੇ ਜਨਮ ਸਥਾਨ ਤੇ ਅਰਦਾਸ ਕਰਿਆ ਪੂਰੀ ਹੋ ਜਾਇਆ ਕਰੇਗੀ। ਕਰਿਓ ਸਥਾਪਨ ਆਪਨ ਪੰਘੂਰਾ। ਉੱਥੇ ਅਸੀਂ ਆਪਣਾ ਪੰਘੂੜਾ ਸਥਾਪਨ ਕਰ ਆਏ ਹਾਂ। ਬਾਲ ਅਵਸਥਾ ਜੀ ਦੇ ਵਿੱਚ ਬਹੁਤਾ ਸਮਾਂ ਅਸੀਂ ਖੇਡਦੇ ਰਹਿੰਦੇ ਸੀ, ਬਹੁਤਾ ਸਮਾਂ ਉਹਦੇ ਵਿੱਚ ਹੀ ਪਏ ਬਰਾਜਦੇ ਸਾਂ। ਬੈਠੋ ਜਿਹ ਹਮਰੋ ਧਰ ਧਿਆਨ। ਹਾਂ ਬੈਠੋ ਜਹ ਹਮਰੋ ਧਰ ਧਿਆਨ। ਉੱਥੇ ਮਹਾਰਾਜ ਕਹਿੰਦੇ ਬੈਠ ਕੇ ਤਾਂ ਜਿੱਦਾਂ ਦਾ ਸਰੂਪ ਸਾਡਾ ਵੇਖ ਰਹੇ ਹੋ ਨਾ,
ਇਹਨੂੰ ਆਪਣੇ ਧਿਆਨ ਦੇ ਵਿੱਚ ਵਸਾ ਕੇ ਧਿਆਨ ਧਾਰ ਕੇ ਬਹਿ ਜਾ ਕਰਿਓ। ਕਰੋ ਬੇਨਤੀ ਜੋਰ ਧਿਆਨ ਬਾਣ, ਧਾਰ ਕੇ ਪਾਠ ਕਰਨਾ ਤੇ ਫਿਰ ਹੱਥ ਜੋੜ ਕੇ ਬੇਨਤੀ ਕਰਿਓ ਸਾਨੂੰ ਹਾਜ਼ਰ ਨਾਜ਼ਰ ਜਾਣ ਕੇ। ਗੁਰ ਸਭ ਥਾਨ ਬਹਿਰ ਕਿਆ ਭਾਉਨ, ਤੇ ਨਿਸ਼ਚਾ ਕਰ ਲੋ ਵੀ ਗੁਰੂ ਤਾਂ ਸਭ ਥਾਵਾਂ ਤੇ ਹੈ, ਕੀ ਘਰ ਦੇ ਵਿੱਚ ਕੀ ਬਾਹਰ, ਵਾਹਿਗੁਰੂ ਜਿਵੇਂ ਵਸਦਾ ਉਹਦਾ ਹੀ ਰੂਪ ਹੈ ਗੁਰੂ ਨਾਨਕ। ਮੁਖ ਤੇ ਕਹੈ ਕਿ ਧਰ ਕਰ ਮੌਨ, ਭਾਵੇਂ ਮੁਖ ਤੋਂ ਬੋਲ ਕੇ ਕਹਿੰਦੇ ਅਰਦਾਸ ਕਰਿਓ ਤੇ ਭਾਵੇਂ ਚੁੱਪ ਹੋ ਕੇ ਅੰਦਰੋਂ ਦਿਲੋਂ ਹੀ ਦਿਲ ਅਰਦਾਸ ਕਰੀ ਜਾਇਓ। ਸਤਿਗੁਰ ਜਾਣਹਿ ਸਭ ਕੇ ਮਨ ਕੀ, ਮਹਾਰਾਜ ਸਭ ਦੇ ਮਨ ਦੀ ਜਾਣਦੇ ਨੇ, ਜਿਹੜਾ ਬੋਲ ਕੇ ਕਹੇ ਉਹਦੀ ਵੀ ਸੁਣਦੇ ਨੇ, ਜਿਹੜਾ ਚੁੱਪ ਹੀ ਕਹਿ ਦਵੇ ਉਹਦੀ ਵੀ ਗੱਲ ਸੁਣ ਲੈਂਦੇ ਹਨ। ਕਿਉ ਨ ਪੁਰਹਿਗੇ ਆਸਾ ਜਨ ਤੇ ਕੀ, ਜਿਹੜੇ ਜਨ ਸੇਵਕ ਭਾਵਨਾ ਰੱਖ ਕੇ ਬੇਨਤੀ ਤੁਸੀਂ ਕਰੋਗੇ ਤੁਹਾਡੀ ਆਸਾ ਅਸੀਂ ਕਿਉਂ ਨਹੀਂ ਪੂਰੀ ਕਰਾਂਗੇ, ਜ਼ਰੂਰ ਕਰਾਂਗੇ। ਸੈਤਮ ਸੰਦਨ ਸੰਗਤ ਸੁਨ ਕਰ, ਮਹਾਰਾਜ ਸਾਹਿਬ ਦਾ ਇਹ ਵਚਨ ਮਸੰਦਾਂ ਦੇ ਸਮੇਤ ਜਦੋਂ ਸਾਰੀ ਸੰਗਤ ਨੇ ਸੁਣਿਆ ਵੀ ਸਾਡੇ ਜਨਮ ਸਥਾਨ ਤੇ ਇਕੱਠੇ ਹੋਇਆ ਕਰਿਓ, ਨਾਲੇ ਸਵੇਰੇ ਸ਼ਾਮ ਉੱਥੇ ਸੰਗਤ ਕਰਨੀ, ਨਾਲੇ ਬਾਣੀ ਪੜ੍ਹਨੀ, ਸਾਨੂੰ ਉੱਥੇ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਨੀ, ਤੁਹਾਡੇ ਕਾਰਜ ਰਾਸ ਹੋਣਗੇ। ਸਮਾਨੇ ਪੂਰਨ ਗੁਰ ਗੁਣ ਕੈ, ਤੇ ਇਸ ਤਰ੍ਹਾਂ ਜਾਣ ਕਰਕੇ ਬਿਸਮਾਨੇ ਪੂਰਨ ਗੁਰ ਗੁਣ ਕਹਿ, ਬੜੇ ਅਚਰਜ ਹੋਏ ਵੀ ਇਹਦਾ ਪੂਰਨ ਸਤਿਗੁਰੂ ਦੇ ਵਾਂਗ ਹੀ ਬਚਨ ਕਰਦੇ ਹਨ। ਲਗਵੈ ਮੈਂ ਬਹੁ ਸਮਰਥ ਬਿਤਾਮ, ਤੇ ਉਮਰ ਭਾਵੇਂ ਸਰੀਰ ਕਰਕੇ ਇਹਨਾਂ ਦੀ ਹਾਲਾਂ 6 ਹੀ ਵਰਿਆਂ ਦੀ ਹੈ, ਪਰ ਬੜੀ ਵੱਡੀ ਸਮੱਤ ਵਾਲੇ ਸਾਡੇ ਭਲੇ ਵਾਲੇ ਬਚਨ ਕਹਿੰਦੇ ਹਨ, ਉਪਦੇਸ਼ ਦਿੰਦੇ ਹਨ। ਨਿਜ ਸਿੱਖਿਆਨ ਕੀ ਸ਼੍ਰੇਯ ਜਨਾਵੈ, ਤੇ ਸਦਾ ਆਪਣੇ ਸਿੱਖਾਂ ਦੀ ਸ੍ਰੇਈ ਜਣਾਉਂਦੇ, ਮੁਕਤੀ ਹੀ ਚਾਹੁੰਦੇ ਹਨ ਵੀ ਸਿੱਖਾਂ ਦਾ ਭਲਾ ਹੋ ਜਾਵੇ। ਕਿਉ ਨਾ ਕਹੈ ਕਿਆ ਅਚਰਜ ਮਾਨੋ, ਤੇ ਉਹਨਾਂ ਜੋ ਕਈ ਸਿੱਖ ਕਹਿੰਦੇ ਆ ਵੀ ਇਦਾਂ ਦਾ ਵਚਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂ ਨਾ ਕਹਿਣ, ਫਿਰ ਕੀ ਹੋਇਆ ਜੇ ਇਹਨਾਂ ਨੇ ਕਹਿ ਦਿੱਤਾ, ਇਹ 'ਚ ਕਿਹੜੀ ਤੁਸੀਂ ਵੱਡੀ ਗੱਲ ਮੰਨਦੇ ਹੋ। ਸਤਿਗੁਰ ਕੇ ਨੰਦਨ ਪਹਿਚਾਨੋ, ਇਹ ਪੁੱਤਰ ਕਿਹਦੇ ਆ? ਪੁੱਤਰ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹੀ ਹੈ ਨਾ, ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਸਿੱਖਾਂ ਦਾ ਉਧਾਰ ਕੀਤਾ। ਇਹਦੇ ਵਿੱਚ ਇਹ ਸਾਡਾ ਉਧਾਰ ਕਰ ਰਹੇ ਨੇ, ਕੋਈ ਬਹੁਤੀ ਵੱਡੀ ਗੱਲ ਨਹੀਂ ਇਹਨਾਂ ਵਾਸਤੇ। ਧੰਨ ਧੰਨ ਕਰ ਜੋਰ ਬਖਾਨਾ, ਫਿਰ ਇਹ ਗੱਲਾਂ ਕਰਦਿਆਂ ਕਰਦਿਆਂ ਹੱਥ ਜੋੜ ਕੇ ਕਹਿੰਦੇ ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ, ਧੰਨ ਨੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ। ਬ੍ਰਿਹੁਤੇ ਤਉ ਮਹਾ ਦੁਖ ਜਾਣੈ, ਖੁਸ਼ ਤਾਂ ਹੁੰਦੇ ਹਨ ਜਦੋਂ ਬਚਨ ਸੁਣਦੇ ਨੇ, ਪਰ ਫਿਰ ਦੁਖੀ ਹੋ ਜਾਂਦੇ ਨੇ ਵੀ ਪਰ ਵਿਛੜ ਤਾਂ ਜਾਣਾ ਹੀ ਹੈ ਨਾ, ਮਹਾਰਾਜ ਦੇ ਦਰਸ਼ਨ ਅਪਰਤੱਖ ਤਾਂ ਨਹੀਂ ਹੋਇਆ ਕਰਨਗੇ। ਅਨਕ ਪ੍ਰਕਾਰਨ ਕਰੇ ਆਹਾਰ, ਅਨੇਕਾਂ ਤਰ੍ਹਾਂ ਦੇ ਗਊ ਘਾੜ ਦੇ ਇਲਾਕੇ ਦੀਆਂ ਸੰਗਤਾਂ ਨੇ ਲੰਗਰ 'ਚ ਪਕਵਾਨ ਤਿਆਰ ਕੀਤੇ। ਆਨਿਓ ਗੁਰ ਕੇ ਢਿੱਗ ਭਰ ਥਾਰ, ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਕੋਲ ਥਾਲ ਭਰ ਕੇ ਲੈ ਆਏ ਹਨ, ਤੁਰਸ਼ ਮਦਰ ਚਰਪਰਾ ਬਣਾਏ, ਜਿਹਦੇ ਵਿੱਚ ਖਟਪਟੇ ਜੇ, ਮਿੱਠੇ ਜੇ ਤੇ ਹੋਰ ਚਰਪਰਾ ਕਰਾਰੇ ਜੇ ਪਦਾਰਥ ਤਿਆਰ ਕੀਤੇ ਨੇ। ਮੇਵਾ ਬ੍ਰਿੰਦ ਗਿਰੀ ਗਨ ਪਾਏ, ਬਹੁਤੇ ਮੇਵੇ ਗਿਰੀਆਂ ਆਦਿਕ ਉਹਨਾਂ ਵਿੱਚ ਪਾਏ ਹਨ। ਬਹੁ ਵਿਦ ਕੇ ਚਾਵਰ ਕਰਵਾਏ, ਫਿਰ ਚੌਲ ਵੀ ਕਈ ਤਰ੍ਹਾਂ ਦੇ ਤਿਆਰ ਕੀਤੇ ਹਨ, ਮੋਟੇ ਪਤਲੇ ਲੰਮੇ ਕਈ ਤਰ੍ਹਾਂ ਦੇ ਚੌਲ ਹਨ। ਪੱਤਰੇ ਵੱਡ ਖੁਸ਼ਬੋਏ ਉਠਾਏ, ਉਹਦੇ ਵਿੱਚ ਪੱਤੇ ਜੇ ਜਿਵੇਂ ਪਾਉਂਦੇ ਆ, ਹੋਰ ਖੁਸ਼ਬੂਈਆਂ ਵਾਲੇ ਪਦਾਰਥ ਚੌਲਾਂ ਵਿੱਚ ਪਾਏ ਹਨ। ਮਧੁਰੋ ਸਲਵਣ ਘ੍ਰਿਤ ਪੁੰਜਵਾਏ, ਕੋਈ ਮਿੱਠੇ ਚੌਲ ਬਣਾਏ ਨੇ ਜਿਹਨੂੰ ਜਰਦਾ ਕਹਿੰਦੇ ਨੇ, ਸਲਵਨ ਲੂਣ ਵਾਲੇ, ਤੇ ਕਈ ਘਿਓ ਜੀ ਭੁੰਨੇ ਹੋਏ ਹਨ। ਸੋਪਕਾਰ ਮਤ ਚਤਰ ਬਣਾਏ, ਜਿਹੜੇ ਲਾਂਗਰੀ ਨੇ ਬੜੇ ਹੀ ਕਹਿੰਦੇ ਸਿਆਣੀ ਮੱਤ ਵਾਲੇ ਨੇ, ਬੜੇ ਸੋਹਣੇ ਪਦਾਰਥ ਤਿਆਰ ਕੀਤੇ। ਆਨ ਮੁਰੱਬੇ ਜੇ ਫਲ ਨਾਨਾ, ਤੇ ਨਾਨਾ ਤਰ੍ਹਾਂ ਦੇ ਫਲਾਂ ਦੇ ਮੁਰੱਬੇ ਬਣਾ ਬਣਾ ਕੇ ਜੋ ਲਿਆਂਦੇ ਸਨ, ਉਹ ਵੀ ਗੁਰਾਂ ਅੱਗੇ ਭੇਟ ਕੀਤੇ। ਅਨੇਕ ਅਚਾਰਨ ਲਿਆਵਨ ਠਾਨਾ, ਕਈ ਕਿਸਮਾਂ ਦੇ ਅਚਾਰ ਬਣੇ ਨੇ, ਉਹ ਵੀ ਲੰਗਰ 'ਚ ਵਰਤਾਉਣ ਨੂੰ ਸਿੱਖ ਲਿਆਏ ਨੇ ਵੀ ਖੁਸ਼ੀਆਂ ਲੁੱਟ ਲਈਏ, ਅੱਜ ਮਹਾਰਾਜ ਸਾਹਿਬ ਦੀ ਅੱਜ ਸੇਵਾ ਕਰ ਲਈਏ, ਫਿਰ ਪਤਾ ਨਹੀਂ ਦਰਸ਼ਨ ਇੱਥੇ ਹੋਣ ਜਾਂ ਨਾ ਹੋਣ। ਕਹਿ ਲਓ ਗਿਨੋ ਅਨੇਕ ਪ੍ਰਕਾਰ, ਕਵੀ ਜੀ ਕਹਿੰਦੇ ਕਿੱਥੋਂ ਤੀਕਰ ਗਿਣ ਕੇ ਦੱਸਾਂ, ਜੋ ਸੰਗਤ ਨੇ ਪਦਾਰਥ ਲਿਆਂਦੇ ਹਨ ਅਨੇਕ ਪ੍ਰਕਾਰ। ਤ੍ਰਿਪਤਾਏ ਸਭ ਦੀਨ ਬਸ ਆਹਾਰ, ਮੁੱਖ ਦੀ ਗੱਲ ਇਹ ਹੈ ਵੀ ਹਜ਼ਾਰਾਂ ਹੀ ਸੰਗਤ ਆਈ ਹੈ, ਜਿਹੜਾ ਵੀ ਆਇਆ ਹੈ ਉਹਨੂੰ ਭੋਜਨ ਦੇ ਕੇ, ਪਦਾਰਥ ਦੇ ਕੇ ਤ੍ਰਿਪਤ ਕਰਤਾ, ਪਦਾਰਥਾਂ ਦੀ ਕਮੀ ਨਹੀਂ ਆਈ।
ਛਕਣ ਵਾਲੇ ਰੱਜ ਗਏ। ਜਿਤਨੀ ਸੰਗ ਸੰਗਤਾਂ ਆਈ ਜਿੰਨੀ ਵੀ ਮਹਾਰਾਜ ਦੇ ਨਾਲ ਸੰਗਤ ਪਟਨੇ ਤੋਂ ਚੱਲ ਕੇ ਆਈ ਸੀ, ਇਕ ਸਮ ਸਭਨ ਦੇਗ ਵਰਤਾਈ। ਸਾਰਿਆਂ ਨੂੰ ਇੱਕੋ ਜੀ ਦੇਗ ਵਰਤਾਈ ਹੈ। ਕਿਸੇ ਦੇ ਨਾਲ ਵਿਤਕਰਾ ਵੀ ਨਹੀਂ ਕੀਤਾ ਤੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਆਹ ਖਾ ਲਾ, ਲਕੋ ਕੇ ਨਹੀਂ ਕੁਝ ਰੱਖਿਆ, ਸਭ ਸਾਂਝਾ ਹੀ ਵਰਤਾਇਆ ਹੈ। ਗੁਰੂ ਹੁਕਮ ਤੇ ਅਚਵਿਓ ਸਾਰੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਨਾਲ ਸਾਰੀ ਸੰਗਤ ਨੇ ਛਕਿਆ ਹੈ ਭੋਜਨ। ਦਿਓ ਨ ਕਰਵੇ ਕਿਸੇ ਆਹਾਰੇ, ਤੇ ਉਸ ਰਾਤ ਕਿਸੇ ਨੂੰ ਘਰ ਵਿੱਚ ਲੰਗਰ ਬਣਾਉਣ ਹੀ ਨਹੀਂ ਦਿੱਤਾ। ਜਿਹੜੇ ਸਿੱਖ ਸਨ ਉਹਨਾਂ ਨੂੰ ਕਿਹਾ ਵੀ ਅੱਜ ਘਰ 'ਚ ਤੁਸੀਂ ਚੁੱਲ੍ਹਾ ਤਾਉਣਾ ਹੀ ਨਹੀਂ ਹੈ, ਸਭ ਨੇ ਇੱਥੋਂ ਹੀ ਛਕਣਾ ਹੈ। ਉਤਸਵ ਭਇਓ ਮਿਲਿਓ ਬੜ ਮੇਲਾ, ਇਸ ਤਰ੍ਹਾਂ ਮਾਨੋ ਵੀ ਬਹੁਤ ਭਾਰੀ ਮੇਲਾ ਹੀ ਗਊ ਘਾੜ ਸਥਾਨ ਤੇ ਜੁੜ ਗਿਆ। ਬੜਾ ਖੁਸ਼ੀ ਦਾ ਉਤਸਵ ਬਣ ਗਿਆ। ਚਾਹੇ ਦਰਸ਼ਨ ਤੇ ਜਨਮ ਸੁਹੇਲਾ, ਸਭ ਚਾਹੁੰਦੇ ਆ ਵੀ ਦਰਸ਼ਨ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਈਏ। ਜਾਮ ਨਿਸਾਲੋਂ ਦੇਖਤ ਰਹੇ, ਇੱਕ ਪਹਿਰ ਰਾਤ ਗਈ ਤੀਕਰ ਸਾਰੇ ਹੀ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦੇ ਰਹੇ 9 ਵਜੇ ਤੀਕਰ। ਹੋਰ ਨੀਂਦ ਸੁਖ ਕੋਰ ਲਹੇ, ਜਦੋਂ 9 ਵਜੇ ਦਾ ਸਮਾਂ ਹੋ ਗਿਆ ਫਿਰ ਮਹਾਰਾਜ ਨੇ ਆਗਿਆ ਕੀਤੀ ਵੀ ਆਪੋ ਆਪਣੇ ਟਿਕਾਣੇ ਜਿੱਥੇ ਵੀ ਕੋਈ ਆਸਣ ਮਿਲਦਾ ਬਰਾਜ ਜੋ ਆਪ ਵੀ ਸਤਿਗੁਰੂ ਜੀ ਪਲੰਗੇ ਦੇ ਬਰਾਜਮਾਨ ਹੋ ਗਏ, ਸੁਖ ਲੈਣ ਲੱਗ ਪਏ। ਨਿਜ ਨਿਜ ਥਾਨ ਜਥਾ ਸੁਖ ਸੋਏ, ਸਾਰੇ ਆਪੋ ਆਪਣੇ ਥਾਂ ਤੇ ਜਥਾ ਜੋਗ ਜੋ ਕਿਸੇ ਨੂੰ ਜਗ੍ਹਾ ਮਿਲੀ ਆ ਰਾਤ ਸੌਂ ਕੇ ਬਤੀਤ ਕੀਤੀ। ਗੁਰ ਗੁਣ ਔਰ ਧਰ ਘਰ ਸਭ ਕੋਏ, ਸਾਰੇ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਆਪੋ ਆਪਣੇ ਦਿਲਾਂ ਵਿੱਚ ਵਸਾਉਂਦੇ ਧਾਰਨ ਕਰਦੇ ਨੇ। ਸੁੱਤਿਆਂ ਵੀ ਖਿਆਲ ਕਰਦੇ ਨੇ, ਮੰਜੇ ਤੇ ਪਿਆ ਉਹਨਾਂ ਦੇ ਖਿਆਲਾਂ ਵਿੱਚ ਗੁਰੂ ਦੇ ਦਰਸ਼ਨ ਤੇ ਗੁਰੂ ਦੇ ਗੁਣ ਆਉਂਦੇ ਨੇ ਵੀ ਸਤਿਗੁਰੂ ਕਿੱਡੇ ਬਖਸ਼ਿੰਦ ਹਨ। ਜਾਮ ਨਿਸਾ ਤੇ ਆਸਾ ਵਾਰ, ਜਦੋਂ ਪਹਿਰ ਰਾਤ ਬਾਕੀ ਰਹਿ ਗਈ ਹੈ ਉਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਗਾਏ ਰਬਾਬੀ ਪ੍ਰੇਮ ਉਦਾਰ, ਵੱਧੋ ਸੱਦੋ ਰਬਾਬੀ ਬੜੇ ਪ੍ਰੇਮ ਦੇ ਨਾਲ ਕੀਰਤਨ ਕਰਦੇ ਹਨ। ਸੋਚ ਇਸ਼ਨਾਨ ਕਰੇ ਉੱਠ ਕਰਕੇ, ਸਹੀਜੇ ਸਹੀਜੇ ਕੀਰਤਨ ਹੋਣ ਲੱਗ ਪਿਆ। ਕੋਈ ਸਿੱਖ ਪਹਿਲਾਂ ਉੱਠ ਕੇ ਗਈ, ਕੀਰਤਨ ਦੀ ਆਵਾਜ਼ ਸੁਣ ਕੇ ਉੱਠ ਕੇ ਇਸ਼ਨਾਨ ਕਰਨ ਲੱਗ ਪਏ। ਸਿਮਰੇ ਸਤਨਾਮ ਗੁਰ ਹਰਿ ਕੇ, ਆ ਸਿਮਰਨ ਕਰਦੇ ਨੇ ਸਤਨਾਮ ਵਾਹਿਗੁਰੂ ਦਾ, ਗੁਰੂ ਗੁਰੂ ਕਹਿੰਦੇ ਨੇ, ਹਰੀ ਦੇ ਗੁਣ ਗਾਉਂਦੇ ਹਨ। ਗੁਰ ਜਾਗੇ ਕਰ ਸੋਚ ਇਸ਼ਨਾਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਜਾਗੇ ਨੇ, ਸਰੀਰ ਦੀ ਕਿਰਿਆ ਸੋਧ ਕੇ ਤੇ ਇਸ਼ਨਾਨ ਕੀਤਾ। ਕੋਸ਼ਿਸ਼ ਪਹਿਰੀ ਚਾਰ ਮਹਾਨਾ, ਬਹੁਤ ਸੋਹਣਾ ਚੋਲਾ ਕਲੀਆਂ ਵਾਲਾ 10ਵੇਂ ਪਾਤਸ਼ਾਹ ਨੇ ਪਹਿਨ ਲਿਆ। ਬੜੀ ਪਰਾਤ ਤੇ ਆਵਨ ਲਾਗੇ, ਆ ਵੱਡੀ ਪਰਾਤ ਵੱਡੇ ਤੜਕੇ ਤੋਂ ਹੀ ਸਿੱਖ ਸੇਵਕ ਆਉਣ ਲੱਗੇ ਮਹਾਰਾਜ ਦੇ ਦਰਸ਼ਨ ਕਰਨ। ਕਰਹਿ ਉਪਾਇਨ ਮਨ ਅਨੁਰਾਗੇ, ਜਿਨ੍ਹਾਂ ਦੇ ਮਨ ਪ੍ਰੇਮੀ ਨੇ ਮਹਾਰਾਜ ਸਾਹਿਬ ਅੱਗੇ ਭਟਾਵਾਂ ਰੱਖ ਰਹੇ ਨੇ ਵੀ ਅੱਜ ਦਰਸ਼ਨ ਕਰ ਲਈਏ, ਸਤਿਗੁਰਾਂ ਚਲੇ ਜਾਣਾ ਹੁਣ। ਚੌਂਦਿਸ਼ ਮਹਿ ਕਹਿ ਦੇਇ ਬਿਠਾਏ, ਚਾਰ ਸਵੇਰੇ ਜਿੱਥੇ ਕਿੱਥੇ ਵੀ ਕਹਿ ਕੇ ਸਤਿਗੁਰਾਂ ਨੇ ਸੰਗਤ ਨੂੰ ਬਿਠਾ ਦਿੱਤਾ ਵੀ ਕੀਰਤਨ ਸੁਣੋ ਸਾਰੇ। ਨਿਜ ਨਿਜ ਦਿਸ਼ ਗੁਰਮੁਖ ਦਿਖਰਾਏ, ਤੇ ਜਿਹੜਾ ਕੋਈ ਜਿੱਥੇ ਵੀ ਬਹਿ ਗਿਆ ਨਾ, ਭਾਵੇਂ ਮਹਾਰਾਜ ਸਾਹਿਬ ਦੇ ਸੱਜੇ ਖੱਬੇ ਸਾਹਮਣੇ ਜਾਂ ਪਿੱਠ ਹੱਲ, ਪਰ ਐਸੀ ਕਲਾ ਵਰਤਾਈ ਵੀ ਸਾਰਿਆਂ ਨੂੰ ਐਵੇਂ ਹੀ ਲੱਗ ਰਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਖ ਮੇਰੇ ਵੱਲ ਹੈ। ਧੀਰਜ ਦਾਈ ਸਭਨ ਕੋ ਤਬੈ, ਸਾਰਿਆਂ ਨੂੰ ਮਹਾਰਾਜ ਨੇ ਧੀਰਜ ਦਿੱਤੀ ਹੈ ਵੀ ਵਾਹਿਗੁਰੂ ਦਾ ਨਾਮ ਜਪੋ, ਸਿਮਰਨ ਕਰੋ, ਬਾਣੀ ਪੜੋ ਤੇ ਡੋਲਣਾ ਨਹੀਂ ਹੈ ਤੁਸੀਂ। ਆਨ ਆਨੰਦਪੁਰ ਹੇਰਿ ਕਬੈ, ਤੇ ਫਿਰ ਨਾਲ ਕਹਿੰਦੇ ਵੀ ਤੁਹਾਡੇ ਚੋਂ ਜੇ ਹੋ ਸਕੇ ਕੋਈ ਆਓ ਸਾਡੇ ਆਨੰਦਪੁਰ ਨੂੰ ਵੇਖੋ, ਉੱਥੇ ਸਾਡੇ ਨਾਲ ਮੇਲ ਮਿਲਾਪ ਕਰੋ। ਜਨਮ ਭੂਮ ਪਟਣੇ ਮਹਿ ਮੇਰੇ, ਇਹ ਪਟਨੇ ਵਿੱਚ ਜੋ ਸਾਡਾ ਜਨਮ ਅਸਥਾਨ ਜਨਮ ਭੂਮੀ ਹੈ, ਮਹਿਮਾ ਮਹਾ ਬਿਲੋਕਨ ਕੇ, ਉਹਦੇ ਦਰਸ਼ਨ ਮਹਾਰਾਜ ਕਹਿੰਦੇ ਕਰਿਆ ਕਰੋ। ਉੱਥੇ ਸੰਗਤੀ ਰੂਪ ਵਿੱਚ ਰੋਜ਼ ਜੁੜਨਾ, ਬੜਾ ਵੱਡਾ ਮਹਾਤਮ ਮਿਲੇਗਾ ਤੁਹਾਨੂੰ। ਦਰਸ਼ੋ ਨਿਤ ਹੀ ਨੇਮ ਨਿਬਾਹੋ, ਆ ਨੇਤੀ ਮਹਾਰਾਜ ਕਹਿੰਦੇ ਦਰਸ਼ਨ ਕਰੋ ਤੇ ਨੇਮ ਰੱਖਣਾ ਹੈ ਵੀ ਕਦੀ ਨਾਗਾ ਨਹੀਂ ਪੈਣ ਦੇਣਾ। ਜਨਮ ਅਸਥਾਨ ਤੇ ਰੋਜ਼ ਹਾਜ਼ਰੀ ਲਵਾਇਆ ਕਰੋ ਜਾ ਕੇ। ਸ਼ਰਧਾ ਸਹਿਤ ਕਾਮਨਾ ਪਾਹੋ, ਸ਼ਰਧਾ ਸਹਿਤ ਬਹਿ ਕੇ ਉੱਥੇ ਜਦੋਂ ਬਾਣੀ ਪੜੋਗੇ, ਆਪਸ ਵਿੱਚ ਰਲ ਮਿਲ ਕੇ ਸੇਵਾ ਸਿਮਰਨ ਕਰੋਗੇ, ਜੋ ਇੱਛਾ ਹੋਵੇਗੀ ਉਹੀ ਕਾਮਨਾ ਪਾ ਲਵੋਗੇ। ਹੋਏ ਵਿਸਾਲ ਪ੍ਰੇਮੀ ਸਿੱਖ ਜੋਏ, ਤੇ ਫੇਰ ਗੱਲ ਦੁਹਰਾਈ ਵੀ ਤੁਹਾਡੇ ਚੋਂ ਜਿਹੜਾ ਸਾਡਾ ਬਹੁਤਾ ਹੀ ਪ੍ਰੇਮ ਕਰਨ ਵਾਲਾ ਕੋਈ ਪ੍ਰੇਮੀ ਸਿੱਖ ਹੈ, ਆਨ ਆਨੰਦਪੁਰ ਦਰਸੈ ਸੋਏ, ਉਹ ਆਨੰਦਪੁਰੇ ਆ ਕੇ ਸਾਡੇ ਨਾਲ ਦਰਸ਼ਨ ਦਿਦਾਰੇ ਕਰੇ, ਮੇਲ ਮਿਲਾਪ ਕਰੇ। ਇਤਿਆਦਿਕ ਕਹਿ ਦੈ ਧੀਰ, ਇਹ ਤੇ ਆਦਿਕ ਸਭ ਨੂੰ ਧੀਰਜ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ
ਚੌਂ ਦਿਸ਼ ਮਹਿ ਸੰਗਤ ਕੀ ਭੀੜ ਚਾਰ ਸਵੇਰੇ ਮਹਾਰਾਜ ਦੇ ਸੰਗਤ ਦੀ ਭੀੜ ਹੈ। ਚੜੇ ਪਾਲਕੀ ਮਹਿ ਤਤਕਾਲ ਚਾਟੀ ਮਹਾਰਾਜ ਪਾਲਕੀ ਸਾਹਿਬ ਵਿੱਚ ਸਵਾਰ ਹੋ ਗਏ। ਗਮਨੋ ਸਭ ਸੋਂ ਕਹਿਓ ਤੇ ਕਿਰਪਾਲ ਸਾਰਿਆਂ ਨੂੰ ਮਹਾਰਾਜ ਕਹਿੰਦੇ ਵੀ ਜਾਓ ਭਈ ਹੁਣ ਆਪੋ ਆਪਣੇ ਕਾਰ ਵਿਹਾਰ ਸੰਭਾਲੋ, ਘਰਾਂ ਵਿੱਚ ਪਹੁੰਚੋ ਤੇ ਅੰਮ੍ਰਿਤ ਵੇਲੇ ਪਿਛਲੇ ਪਹਿਰ ਜਦੋਂ ਵੀ ਸਮਾਂ ਬਣ ਜਾਵੇ ਦੋਵਾਂ ਸਮਿਆਂ ਚੋਂ ਸਾਡੇ ਜਨਮ ਸਥਾਨ ਦੇ ਦਰਸ਼ਨ ਦਿਦਾਰੇ ਕਰ ਆਇਆ ਕਰੋ, ਸੇਵਾ ਸਿਮਰਨ ਕਰੋ, ਰਲ ਮਿਲ ਕੇ ਸਭ ਦਾ ਭਲਾ ਚਾਹੋ। ਇੱਦਾਂ ਦੇ ਭਜਨ ਬਿਲਾਸ ਕਹਿੰਦਿਆਂ ਹੋਇਆਂ ਗੁਰੂ ਕਲਗੀਧਰ ਸਾਹਿਬ ਗਊ ਘਾਟ ਵਾਲੇ ਅਸਥਾਨ ਤੋਂ ਪਾਲਕੀ ਸਾਹਿਬ ਵਿੱਚ ਅਸਵਾਰ ਹੋਏ ਨੇ। ਜਿਵੇਂ ਸੰਗਤਾਂ ਨੂੰ ਹਟਾਉਂਦੇ ਨੇ, ਕਈ ਫੇਰ ਵੀ ਬਦੋ ਬਦੀ ਦੂਰ ਤੀਕਰ ਨਾਲ ਗਏ ਉੱਥੋਂ ਮੋੜ ਮੋੜ ਭੇਜਦੇ ਆ ਤੇ ਫਿਰ ਕਾਂਛੀ ਆ ਕੇ ਕੁਝ ਸਮਾਂ ਠਹਿਰਦੇ ਆ। ਇਹ ਕਥਾ ਆਪਾਂ ਮਹਾਰਾਜ ਦੀ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਪਟਨੇ ਤੋਂ ਕੂਚ ਦੀ ਇਹ ਸਾਖੀ ਕਹਿੰਦਿਆਂ ਕਹਾਉਂਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਦੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਇਤ ਆਦਿਕ ਕਹਿ ਦੈ ਦੈ ਧੀਰ ਚਹੁ ਦਿਸ਼ ਮਹਿ ਸੰਗਤ ਕੀ ਭੀਰ ਚੜੇ ਪਾਲਕੀ ਮਹਿ ਤਤਕਾਲ ਗਮਨੋ ਸਭ ਸੋਂ ਕਹਿਓ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਅਗਮ ਪੂਰਨ ਮੋਹਿ ਮਾਇਆ ਧਾਰ ਅੰਧ ਕੋਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ